सत श्री अकाल, तुसीं देख रहे हो इंडिया प्लस लाइव। मैं मनप्रीत कौर लैके आई हाँ तुहाडे लई कुछ खास खबरां। जलंधर के ग्रीन एवेन्यू विखे चोरां ने घर विच कीती चोरी, गहने समेत कैश लैके होए फरार। श्रोमणी अकाली दल का डेलीगेशन जम्मू कश्मीर के सिखां ते वापरिया घटनावां का जायजा लैण जावेगा। पंजाब च कोले की किल्लत नूं लैके सुखबीर बादल ने कीती प्रैस कॉन्फ्रेंस। सुखबीर बादल ने अमृतसर के हलका पश्चिम का कीता दौरा, लोकां नाल कीती गलबात। चोला साहिब विखे चोरां वल्लों घर विच दाखल होकर 8 तोले सोने के गहने 70,000 नकदी चोरी। रूस के ततारिस्तान विखे जहाज क्रैश होने नाल होया वड्डा हादसा, 16 लोगों की हुई मौत। लुधियाना की स्टाफ कलोनी विच लुटेरे एक औरत की चैन खो के होए फरार, घटना हुई CCTV च कैद। एयर इंडिया ते सरकार ने लिया वड्डा फैसला, जिथे जरूरत नहीं उत्थे सरकारी कंट्रोल करांगे खत्म, PM मोदी। लखीमपुर खेड़ी हिंसा विच शहीद होए किसानां दे न्याय लई विरोध प्रदर्शन। पंजाब सरकार कैबिनेट मीटिंग अज 300 यूनिट बिजली माफ करन सने लई जा सकदे हैं कई वड्डे फैसले। यूपी विच शहीद होए किसानां दी शांति लई गुरनाम चलूनी ने प्रदर्शन विच शामिल होने की कीती अपील। यूपी विधान सभा चोणां विच PM मोदी दी गढ़ विच प्रियंका गांधी दी हुंकार। आम आदमी पार्टी ने चंडीगढ़ तो कीती प्रैस कॉन्फ्रेंस लाइव। शुरुआत करते हैं पंजाब दी इस वड्डी खबर तो। जलंधर के ग्रीन एवेन्यू विखे चोरां ने घर विच कीती चोरी, गहने समेत कैश लैके होए फरार। जलंधर विच चोरी दी वारदातां दिन ब दिन वधदियां जा रहीਆਂ ਹਨ। ਅਜਿਹਾ ਇੱਕ ਚੋਰੀ ਦਾ ਮਾਮਲਾ ਜਲੰਧਰ ਦੇ ਗ੍ਰੀਨ ਐਵਨਿਊ ਵਿੱਚ ਰਹਿਣ ਵਾਲੇ ਸਤਨਾਮ ਸਿੰਘ ਦੇ ਘਰੇ ਹੋਇਆ। ਰਾਤ ਕਰੀਬ 1:30 ਵਜੇ ਦੇ ਕਰੀਬ ਉਸਦੇ ਘਰ ਦੇ ਪਿੱਛੇ ਦੇ ਪਲਾਟ 'ਚੋਂ ਉਸਦੇ ਘਰ ਵਿੱਚ ਚੋਰ ਵੜ ਗਏ, ਜੋ ਉਸਦੇ ਘਰ 'ਚੋਂ ਸੋਨਾ ਚਾਂਦੀ ਤੇ ਕੈਸ਼ ਲੈ ਕੇ ਫਰਾਰ ਹੋ ਗਏ। ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਸਦਾ ਤਕਰੀਬਨ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਮੌਕੇ ਤੇ ਪੁੱਜੇ ਥਾਣਾ ਭਾਰਗੋ ਕੈਂਪ ਦੇ ASI ਸੋਮਨਾਥ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਇਸ ਦੀ ਤਫਤੀਸ਼ ਕੀਤੀ ਜਾਵੇਗੀ ਅਤੇ ਚੋਰ ਨੂੰ ਜਲਦ ਹੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। जी अपना मेरा भाई सतनाम सिंह नाम आ। पिता जी का नाम अमरनाथ सिंह। एड्रेस ग्रीन एवेन्यू 115B काला सिंगा रोड बस्ती शहीद जलंधर। ਕਿਹੜਾ ਪੈਂਦਾ ਆਪਾਂ थाना तो भाई 5 नंबर पै रहा जी। ਕੀ ਬਣਾ ਵਾਪਰੇ ਜੀ ਇੱਥੇ? भाई रात ਨੂੰ ਆਪਾਂ 1 ਵਜੇ ਤੱਕ ਤੇ ਬਿਲਕੁਲ ਜਾਗਦੇ ਪਏ ਸੀਗੇ, ਵੀ ਸਾਰੀ ਫੈਮਿਲੀ ਜਾਗਦੀ ਪਈ ਸੀਗੀ ਤੇ ਆਪਾਂ ਜਦੋਂ 1 ਵਜੇ ਤੋਂ ਬਾਅਦ ਸੁੱਤੇ ਆ, ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਲੱਗਾ। ਕੋਠੇ ਦੇ ਰੂਮ ਦੇ ਵਿੱਚ ਕੈਸ਼ ਸੀਗਾ 25-30 ਹਜ਼ਾਰ ਦਾ, 40 ਹਜ਼ਾਰ ਦਾ ਕੈਸ਼ ਸੀਗਾ ਤੇ ਆਪਣਾ ਸੋਨਾ ਸੀਗਾ ਭਾਜੀ, ਇੱਕ ਕਿਟੀ ਸੈੱਟ ਸੀਗਾ, ਚੈਨੀ ਸੀਗੀਆਂ, 2 ਮੁੰਦੀਆਂ ਸੀਗੀਆਂ ਭਾਜੀ, 3 ਮੁੰਦਰੀਆਂ ਹੈਗੀਆਂ, ਟੋਪਸ ਸੀਗੇ, ਲੇਡੀ ਟੋਪਸ ਸੀਗੇ ਵਗੈਰਾ। ਤੁਸੀਂ ਕਿਤੇ ਗਏ ਹੋਏ ਸੀ ਬਾਹਰ? ਨਹੀਂ ਭਾਜੀ, ਆਪਾਂ ਸਾਰੇ ਥੱਲੇ ਸੋ ਰਹੇ ਸੀਗੇ ਤੇ ਉੱਪਰ ਕੋਈ ਨਹੀਂ ਰਹਿੰਦਾ? ਉੱਪਰ ਭਾਜੀ ਰਹਿੰਦੇ ਆ ਤੇ ਨੀਚੇ ਸਾਰੇ ਸੁੱਤੇ ਹੋਏ ਸੀ, ਸਾਰੀ ਫੈਮਿਲੀ ਨੀਚੇ ਸੁੱਤੀ ਸੀਗੀ। ਹੋਰ ਇਸ ਤੋਂ ਇਲਾਵਾ ਕੋਈ ਨੁਕਸਾਨ? ਇਸ ਤੋਂ ਇਲਾਵਾ ਭਾਜੀ ਬਾਕੀ ਹਜੇ ਚੈੱਕ ਕਰਦੇ ਪਏ ਆ, ਦੇਖਦੇ ਆ ਭਾਜੀ ਕੀ ਪਤਾ ਲੱਗਦਾ। ਕਿੰਨੇ ਦਾ ਨੁਕਸਾਨ ਹੋਇਆ ਕੋਈ? ਅਪਰੋਕਸੀਮੇਟਲੀ ਭਾਜੀ 4 ਤੋਂ 5 ਲੱਖ ਦਾ ਹੈਗਾ ਭਾਜੀ। ਕੀ ਚੀਜ਼ ਲੈ ਗਏ ਕੁਝ ਪਤਾ? ਸੋਨਾ ਹੈ ਭਾਜੀ, ਚੈਨੀ ਸੈੱਟ ਆ, ਕਿੱਟੀ ਸੈੱਟ ਆ, ਮੁੰਦੀਆਂ ਭਾਜੀ 3 ਜੈਂਟਸ ਮੁੰਦੀਆਂ, 2 ਆ ਭਾਜੀ ਟੋਪਸ ਹੈਗੇ ਆ ਤੇ ਹੋਰ ਰਿੰਗ ਰੂੰਗ ਹੈਗੇ ਕਿ ਛੱਲਾ ਵਗੈਰਾ ਆ ਸੋਨੇ ਦਾ। ਤੁਹਾਡੇ ਕੈਮਰੇ ਲੱਗੇ ਸੀ ਕੈਮਰੇ? ਹਾਂਜੀ ਥੱਲੇ ਲੱਗੇ, ਲੇਕਿਨ ਪਿੱਛੇ ਸਾਡੇ ਨਾ ਪੂੜੀ ਲੱਗੀ ਹੋਈ ਹੈ ਪਲਾਟ ਦੇ ਪਿਛਲੇ ਪਾਸੇ ਸਾਡੇ। ਸਾਨੂੰ ਪਲਾਟ ਉੱਥੋਂ ਬਾਕੀ ਆਪਾਂ ਆਪਣੇ CCTV ਕੈਮਰੇ ਵੀ ਚੈੱਕ ਕਰ ਲੈਣੇ ਹੈਗੇ ਸਾਰੇ। ਪੁਲਿਸ ਆਈ ਨਹੀਂ ਅਜੇ ਭਾਜੀ? ਪੁਲਿਸ ਨਹੀਂ ਅਜੇ ਆਈ ਭਾਜੀ। ਥਾਣਾ ਕਿਹੜਾ ਪੈਂਦਾ ਭਾਜੀ? ਥਾਣਾ ਭਾਜੀ ਭਾਰਗੋ ਕੈਂਪ ਪੈਂਦਾ। ਪੁਲਿਸ ਆਈ ਨਹੀਂ ਅਜੇ? ਪੁਲਿਸ ਨਹੀਂ ਅਜੇ ਆਈ ਭਾਜੀ। ਕਿੰਨੀ ਦੇਰ ਹੋ ਗਈ ਤੁਹਾਨੂੰ ਫੋਨ ਕੀਤਾ ਪੁਲਿਸ? ਪੁਲਿਸ ਨੂੰ ਭਾਜੀ ਅੱਧਾ ਪੌਣਾ ਘੰਟਾ ਹੋ ਗਿਆ ਭਾਜੀ। ਕੀ ਕਹਿ ਰਹੇ ਪੁਲਿਸ ਵਾਲੇ ਫੋਨ ਕੀਤਾ? ਬਸ ਕਹਿੰਦੇ ਆ ਰਹੇ ਆ ਭਾਜੀ। ਤੁਸੀਂ ਕੀ ਕੰਮ ਕਰਦੇ ਭਾਜੀ? ਮੇਰਾ ਭਾਜੀ ਲੱਕੜ ਦਾ ਕੰਮ ਆ, ਆਪਣੀ ਫੈਕਟਰੀ ਹੈ। ਮਾਮਲਾ ਇਹ ਟੈਲੀਫੋਨ ਆਇਆ ਸੀਗਾ, ਕਹਿੰਦੇ ਮਕਾਨ ਨੰਬਰ 115B ਗ੍ਰੀਨ ਐਵਨਿਊ ਚੋਰੀ ਹੋਈ ਘਰ 'ਚ, ਤੇ ਮੌਕੇ 'ਤੇ ਪਹੁੰਚੇ, ਦੇਖਿਆ ਹਿਸਾਬ ਦਾ ਤੇ ਪੁੱਛਗਿੱਛ ਕਰ ਰਹੇ ਆ ਤੇ ਮਾਮਲਾ ਸ਼ੱਕੀ ਜਾਪਦਾ ਤੇ ਬਾਕੀ ਤਫਤੀਸ਼ ਕਰ ਰਹੇ। सर की नुकसान क्या है ना? ਨੁਕਸਾਨ ਹੋਇਆ ਗਹਿਣੇ ਗੁਣੇ ਹੈ ਹੋਏ, ਇਹਨਾਂ ਦੇ ਪੈਸੇ ਥੋੜ੍ਹੇ ਸੀ। ਕਿੰਨੀ ਕੀ ਚੋਰੀ ਹੈ ਸਰ? ਹਾਂਜੀ ਕਿੰਨੀ ਕੁ ਚੋਰੀ ਹੈਗੀ? ਚੋਰੀ ਹੋਈ ਹਜੇ ਪੁੱਛਦੇ ਲੈਟਰ ਦਿੱਤੀ ਨਹੀਂ, ਹਜੇ ਕਰਦੇ ਪਤਾ ਹੈ ਤੇ ਵੈਰੀਫਾਈ ਕਰਕੇ ਫਿਰ ਦੱਸ ਦਿੰਦੇ। ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਜੰਮੂ ਕਸ਼ਮੀਰ ਦੇ ਸਿੱਖਾਂ ਤੇ ਵਾਪਰੀਆਂ ਘਟਨਾਵਾਂ ਦਾ ਜਾਇਜ਼ਾ ਲੈਣ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਗਵਾਈ ਹੇਠ ਅਕਾਲੀ ਦਲ ਦਾ ਇੱਕ ਡੈਲੀਗੇਸ਼ਨ ਜੰਮੂ ਕਸ਼ਮੀਰ ਅਤੇ ਮੇਘਾਲਿਆ ਵਿੱਚ ਸਿੱਖ ਭਾਈਚਾਰੇ ਨਾਲ ਵਾਪਰੀਆਂ ਘਟਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਹਮਦਰਦੀ ਕਰਨ ਲਈ ਰਵਾਨਾ ਹੋਵੇਗਾ। ਬਹੁ ਕੌਮੀ, ਬਹੁਤ ਸੱਭਿਆਚਾਰੀ, ਬਹੁਤ ਪਛਾਈ ਸਰੂਪ ਨੂੰ ਕਾਇਮ ਰੱਖਣ ਲਈ ਔਰ ਇਸ ਦੇਸ਼ ਦੀਆਂ ਧਰਮ ਨਿਰਪੱਖ ਤਾਕਤਾਂ ਨੂੰ ਮਜ਼ਬੂਤ ਕਰਨ ਲਈ, ਦੇਸ਼ ਦੇ ਸਿਸਟਮ ਦੇ ਵਿੱਚ ਵਿਸ਼ਵਾਸ ਬਣਾਉਣ ਲਈ, ਜਿਹੜਾ ਵਿਸ਼ਵਾਸ ਹੁਣ ਉੱਠ ਚੁੱਕਿਆ,
ਖਾਸ ਤੌਰ ਤੇ ਆ ਮੇਘਾਲਿਆ ਦੀਆਂ ਘਟਨਾਵਾਂ ਤੇ ਜਿਹੜੀਆਂ ਜੰਮੂ ਕਸ਼ਮੀਰ ਤੇ ਖਾਸ ਤੌਰ ਤੇ ਲਖੀਮਪੁਰ ਖੀਰੀ ਦੀ ਘਟਨਾ ਨੇ ਅੱਜ ਸਾਡੇ ਸਿਸਟਮ ਦੇ ਵਿੱਚੋਂ ਵਿਸ਼ਵਾਸ ਤੋੜਦਾ। ਇਹ ਵਿਸ਼ਵਾਸ ਬਣਾਉਣ ਦੀ ਅੱਜ ਲੋੜ ਆ ਔਰ ਇਹ ਵਿਸ਼ਵਾਸ ਬਣਾਉਣ ਦੇ ਲਈ ਘੱਟ ਗਿਣਤੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ, ਘੱਟ ਗਿਣਤੀਆਂ ਵਿੱਚ ਬੇਗਾਨੇਪਨ ਦੀ ਭਾਵਨਾ ਦੂਰ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਨੂੰ ਨਿਰਪੱਖਤਾ ਤੇ ਸਖਤੀ ਨਾਲ ਦੋਸ਼ੀਆਂ ਦੇ ਵਿਰੁੱਧ ਐਕਸ਼ਨ ਲੈਣੇ ਪੈਣਗੇ ਤੇ ਮੇਘਾਲਿਆ ਸਰਕਾਰ ਨੂੰ ਇਹ ਉਜਾੜਾ ਰੋਕਣਾ ਪਏਗਾ। ਸ਼੍ਰੋਮਣੀ ਅਕਾਲੀ ਦਲ ਮੇਘਾਲਿਆ ਦੇ ਲੋਕਾਂ ਨਾਲ ਪੂਰੀ ਤਰ੍ਹਾਂ ਖੜਾ ਤੇ ਸ੍ਰੀਨਗਰ ਵਿੱਚ ਵੀ ਜੋ ਘਟਨਾ ਵਾਪਰੀ ਆ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ, ਹਮਦਰਦੀ ਦਾ ਇਜ਼ਹਾਰ ਕਰਨ ਲਈ, ਉੱਥੋਂ ਦੇ ਸਿੱਖ ਭਾਈਚਾਰੇ ਨਾਲ ਪੂਰੀ ਤਰ੍ਹਾਂ ਖੜਾ ਰਹਿਣ ਦਾ ਵਿਸ਼ਵਾਸ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਹੁਤ ਜਲਦੀ ਹੀ ਸ੍ਰੀਨਗਰ ਜਾਏਗਾ ਔਰ ਮੇਘਾਲਿਆ ਵੀ ਜਾਏਗਾ ਔਰ ਜਿਵੇਂ ਲਖੀਮਪੁਰ ਖੀਰੀ ਦੇ ਲੋਕਾਂ ਨੂੰ ਵਿਸ਼ਵਾਸ ਦਵਾ ਕੇ ਆਇਆ ਇਸੇ ਤਰ੍ਹਾਂ ਅੱਡ-ਅੱਡ ਥਾਵਾਂ ਤੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਘੱਟ ਗਿਣਤੀਆਂ ਦੀ ਨੁਮਾਇੰਦਾ ਜਮਾਤ ਹੋਣ ਦੇ ਨਾਤੇ ਉਹਨਾਂ ਨਾਲ ਪੂਰੀ ਤਰ੍ਹਾਂ ਖੜੇਗੀ ਔਰ ਭਾਰਤ ਸਰਕਾਰ ਨੂੰ ਇਹ ਘਟਨਾਵਾਂ ਮੁੜ ਕੇ ਨਾ ਵਾਪਰਨ ਉਹਦੇ ਲਈ ਬੰਦੋਬਸਤ ਕਰਨ ਲਈ ਕਹੇਗੀ। ਪੰਜਾਬ 'ਚ ਕੋਲੇ ਦੀ ਕਿੱਲਤ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤੀ ਪ੍ਰੈਸ ਕਾਨਫਰੰਸ। ਪੰਜਾਬ 'ਚ ਕੋਇਲੇ ਦੀ ਕਿੱਲਤ ਨੂੰ ਲੈ ਕੇ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਕੋਈ ਐਡਵਾਂਸ ਪਲਾਨਿੰਗ ਨਹੀਂ ਹੈ। ਬਿਜਲੀ ਮੰਤਰੀ ਨੇ ਕੋਈ ਮੀਟਿੰਗ ਨਹੀਂ ਕੀਤੀ। ਉਹਨਾਂ ਕਿਹਾ ਕਿ ਸੀਐਮ ਚੰਨੀ ਹੁਣ ਦਿੱਲੀ ਦੇ ਦੌਰੇ ਲਾਣੇ ਬੰਦ ਕਰਨ ਅਤੇ ਪੰਜਾਬ ਵੱਲ ਧਿਆਨ ਦੇਣ। ਬਿਜਲੀ ਪੰਜਾਬ ਸਰਕਾਰ ਦੁਆਰਾ ਪੈਦਾ ਕੀਤੀ ਜਾਂਦੀ ਹੈ ਕਿਉਂਕਿ ਪੰਜਾਬ ਵਿੱਚ ਬਿਜਲੀ ਸਰਪਲਸ ਹੈ। 4 ਸਾਲਾਂ ਵਿੱਚ ਬਿਜਲੀ ਮਹਿਕਮੇ ਦੇ ਵੱਲ ਕੋਈ ਧਿਆਨ ਨਹੀਂ ਗਿਆ ਅਤੇ ਨਾ ਕੋਈ ਥਰਮਲ ਪਲਾਂਟ ਲਾਇਆ ਗਿਆ। ਇਸ ਲਈ ਬਿਜਲੀ ਦੀ ਮੰਗ ਵਿੱਚ ਵਾਧੇ ਦੇ ਕਾਰਨ ਬਿਜਲੀ ਦੇ ਕੱਟ ਲੱਗ ਰਹੇ ਹਨ। ਆਖਿਰ 'ਚ ਉਹਨਾਂ ਨੇ ਕਿਹਾ ਕਿ ਸਿੱਧੂ ਵੀ ਆਪਣੇ ਡਰਾਮੇ ਬੰਦ ਕਰਨ ਤੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨ, ਕਿਉਂਕਿ ਸਿੱਧੂ ਦਾ ਇੱਕ ਸੁਪਨਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਵੀ ਹੈ। ਜੋ ਬਿਜਲੀ ਦੀ ਹਾਲਾਤ ਅੱਜ ਹੈਗੀ ਪੰਜਾਬ 'ਚ, ਦੋਸ਼ੀ ਪੰਜਾਬ ਸਰਕਾਰ ਹੈ। ਪੰਜਾਬ ਸਰਕਾਰ ਨੇ ਕੋਈ ਐਡਵਾਂਸ ਪਲੈਨਿੰਗ ਨਹੀਂ ਹੈ। ਅੱਜ ਤੱਕ ਮੰਤਰੀ ਨੇ ਬਿਜਲੀ ਮਹਿਕਮੇ ਦੀ ਮੀਟਿੰਗ ਨਹੀਂ ਲਿੱਤੀ। ਅੱਜ ਤੱਕ ਮੁੱਖ ਮੰਤਰੀ ਨੇ ਬਿਜਲੀ ਮਹਿਕਮੇ ਦੀ ਮੀਟਿੰਗ ਲਿੱਤੀ। ਰੱਬ ਰਾਖੇ ਕੰਮ ਚਲਾਤਾ। ਹਾਲਾਤ ਆ ਹੋ ਗਈ ਹੈ ਕਿ ਅੱਜ ਕੋਲੇ ਦੀ ਜਿਹੜੀ ਕਮੀ ਹੈ, ਕਿਉਂਕਿ ਪਲੈਨਿੰਗ ਸਹੀ ਟਾਈਮ ਤੇ ਇਹਨਾਂ ਨੇ ਆਰਡਰ ਬੁੱਕ ਨਹੀਂ ਕੀਤੇ। ਮੈਂ ਬਿਜਲੀ ਮਹਿਕਮੇ ਨਾਲ ਗੱਲ ਕਰ ਰਿਹਾ ਸੀ ਕਿ ਇਹਨਾਂ ਨੇ ਸਹੀ ਟਾਈਮ ਤੇ ਆਪਣੇ ਆਰਡਰ ਨਹੀਂ ਕੀਤੇ, ਪਲੈਨਿੰਗ ਨਹੀਂ ਕੀਤੀ, ਜਿਹਦੇ ਕਰਕੇ ਅੱਜ ਪੰਜਾਬ ਨਾਲ ਐਡਾ ਵੱਡਾ ਨੁਕਸਾਨ ਹੋ ਰਿਹਾ। 7-7 ਘੰਟੇ ਕੱਟ ਲੱਗਣੇ ਆ। ਸੋ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ, ਦਿੱਲੀ ਦੇ ਗੇੜੇ ਕੱਢਣੇ ਛੱਡੋ। ਦਿੱਲੀ ਨੇ ਇੱਕ ਵਾਰ ਤਾਂ ਤੁਹਾਨੂੰ ਗਾਂਧੀ ਪਰਿਵਾਰ ਨੇ ਮੁੱਖ ਮੰਤਰੀ ਬਣਾਤਾ, ਹੁਣ ਘੱਟ ਤੋਂ ਘੱਟ ਕੰਮ ਕਰਨਾ ਤਾਂ ਸ਼ੁਰੂ ਕਰੋ। 24 ਘੰਟੇ ਪੋਲਿਟਿਕਸ ਡਰਾਮੇ ਕਰਨੇ ਬੰਦ ਕਰੋ। ਪੰਜਾਬ ਦੀ ਜ਼ਿੰਮੇਵਾਰੀ ਜੋ ਦਿੱਤੀ ਗਈ ਹੈ ਉਹ ਸੰਭਾਲਣ, ਬਿਜਲੀ ਸੰਕਟ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨ, ਜੋ ਇੰਤਜ਼ਾਮ ਹੋਣਾ ਚਾਹੀਦਾ ਇਮੀਡੀਏਟਲੀ ਕਰਨ। ਹਾਂਜੀ, ਕੋਈ ਗੱਲ ਨਹੀਂ। ਦਲਜੋਤ ਸਿੰਘ ਸਿੱਧੂ ਤੌਰ ਤੇ ਕਹਿ ਰਹੇ ਹੈ ਕਿ ਜਿਹੜੇ ਪ੍ਰਾਈਵੇਟ ਥਰਮਲ ਪਲਾਂਟਸ ਨੇ ਉਹਨਾਂ ਦੀ ਗਲਤੀ ਹੈ, ਜਿਸ ਕਰਕੇ ਅੱਜ ਸਾਨੂੰ ਦਿਨ ਦੇਖਣਾ ਪੈ ਰਿਹਾ। ਫਿਰ ਸਰਕਾਰੀ ਕਿਉਂ ਬੰਦ ਹੈ? ਸਰਕਾਰੀ ਪਲਾਂਟ ਕਿਉਂ ਬੰਦ ਹੈ? ਦੂਜੇ ਪਾਸੇ ਉਹ ਝੂਠ ਬੋਲੀ ਜਾਂਦੇ। ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਜੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਕਰਕੇ ਅੱਜ ਇਹ ਸਾਰੀ ਚੀਜ਼ਾਂ ਦੇਖਣੀਆਂ ਪੈ ਰਹੀਆਂ। ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਉਦੋਂ ਹੀ ਹੋਊਗੀ ਜੇ ਪੰਜਾਬ ਸਰਕਾਰ, ਬਿਜਲੀ ਪੰਜਾਬ ਸਰਕਾਰ ਪੈਦਾ ਕਰਦਾ ਹੈ। ਬਿਜਲੀ ਦੀ ਮੰਗ, ਕੋਲੇ ਦੀ ਮੰਗ ਪੰਜਾਬ ਸਰਕਾਰ ਕਰਦਾ ਹੈ। ਪੰਜਾਬ ਸਰਕਾਰ ਨੇ ਅਰੇਂਜਮੈਂਟ ਕਰਨੀ ਹੈ। ਜਦੋਂ ਬਿਜਲੀ ਸਰਪਲਸ ਹੋ ਜਾਏ ਉਦੋਂ ਕਹਿੰਦੇ ਕਿ ਸੈਂਟਰ ਸਰਕਾਰ ਨੂੰ ਕੋਈ ਕਿਤੇ ਕਿਹਾ ਕਿ ਤੁਹਾਡੀ ਮਿਹਰਬਾਨੀ ਸੈਂਟਰ ਬਿਜਲੀ ਸਰਪਲਸ ਹੋ ਗਈ। ਹੁਣ ਘਾਟਾ ਹੋ ਗਿਆ ਕਿਉਂਕਿ ਆਪਣੀ ਨਾਕਾਮੀ ਹੈ ਤੇ ਆਪਣੀ ਨਾਕਾਮੀ ਨੂੰ ਲੁਕਾਉਂਦੇ ਫਿਰਦੇ ਆ। ਜ਼ਿੰਮੇਵਾਰੀ ਸੰਭਾਲੋ। 4 ਸਾਲ ਚ ਐਸਾ ਕੀ ਹੋ ਗਿਆ? 4 ਸਾਲ ਚ ਐਸਾ ਕੀ ਹੋ ਗਿਆ ਬਿਜਲੀ ਦਾ ਕਿ ਇੱਕ ਸਮਾਂ ਸੀ ਸੂਬਾ ਸਰਪਲਸ ਸੀਗਾ, ਪਰ ਅੱਜ ਉਹੀ ਸੂਬਾ ਜਿਹੜਾ ਹੈਗਾ ਕੋਲੇ ਦੀ ਕਿੱਲਤ ਜਾਂ ਬਿਜਲੀ ਦੀ ਕਿੱਲਤ ਨੂੰ ਲੈ ਕੇ ਚੱਲਦਾ। ਬਿਜਲੀ ਪਹਿਲਾਂ ਪਰ ਹੁਣ ਸੰਕਟ ਕਿਉਂ ਪੈਦਾ ਹੋਈ? 4 ਸਾਲਾਂ 'ਚ ਬਿਜਲੀ ਮਹਿਕਮੇ ਤਰਫ ਕਿਸੇ ਨੇ ਧਿਆਨ ਹੀ ਨਹੀਂ ਕੀਤਾ। ਨਾ ਮੁੱਖ ਮੰਤਰੀ ਨੇ, ਨਾ ਇਹਨਾਂ ਦੇ ਮੰਤਰੀ ਨੇ ਕਿਤੇ ਪੁੱਛਿਆ ਕਿ ਹਰ ਸਾਲ ਡਿਮਾਂਡ ਕਿੰਨੀ ਵੱਧ ਰਹੀ ਹੈ, ਕੀ ਆਪਾਂ ਨੂੰ ਕਿਤੇ ਨਵੇਂ ਥਰਮਲ ਪਲਾਂਟ ਲਾਉਣ ਦੀ ਲੋੜ ਹੈ ਜਾਂ ਕੋਈ ਸੋਲਰ ਪਲਾਂਟ ਲਾਉਣ ਦੀ ਲੋੜ ਹੈ ਜਾਂ ਕੋਈ ਹੋਰ ਕੋਈ ਬਿਜਲੀ ਦੀ ਐਗਰੀਮੈਂਟ ਕਰਨ ਦੀ ਲੋੜ ਹੈ। ਬਿਲਕੁਲ ਨਹੀਂ ਕੀਤਾ। ਅੱਖਾਂ ਮੀਚ ਕੇ ਰਹੇ। ਜਦੋਂ ਬਿਜਲੀ ਸ਼ਾਰਟੇਜ ਹੋ ਗਈ, ਡਿਮਾਂਡ ਵੱਧ ਗਈ। ਹੁਣ ਕੋਲੇ ਦੀ ਵੀ ਉਹੀ ਗੱਲ ਹੈ, ਜਿਵੇਂ ਬਿਜਲੀ ਦੀ ਡਿਮਾਂਡ ਵੱਧ ਕੇ ਜਿੰਨੀ ਕੈਪੈਸਿਟੀ ਦੇ ਉੱਤੇ ਟੱਪ ਗਈ, ਉਵੇਂ ਕੋਲੇ ਦਾ ਇਹਨਾਂ ਨੇ ਦੇਖਿਆ ਹੀ ਨਹੀਂ ਕਿ ਕਿੰਨੇ ਦਿਨ ਰਹਿ ਗਏ ਕੋਲੇ। ਜਦੋਂ 20 ਦਿਨ ਰਹਿ ਜਾਂਦੇ ਆ, 25 ਦਿਨ ਰਹਿੰਦੇ, ਰੌਲਾ ਉਦੋਂ ਪਾਉਣਾ ਪੈਂਦਾ
ਐ ਨਹੀਂ ਹੈ ਕਿ ਜਦੋਂ ਇੱਕ ਦਿਨ ਰਹਿ ਜੇ, ਕਿਉਂਕਿ ਮੁੱਖ ਮੰਤਰੀ ਨੇ ਤੇ ਮੰਤਰੀ ਪਰਵਾਹੀ ਨਹੀਂ ਹੈ, ਸਰਕਾਰ ਨਾਂ ਦੀ ਚੀਜ਼ ਨਹੀਂ ਹੈ। ਸਾਡੇ ਟਾਈਮ 'ਚ ਐਜਾ ਕਿਤੇ ਨਹੀਂ ਹੋਇਆ। ਅਸੀਂ ਹਰ ਮੰਡੇ ਮੇਰੇ ਕੋਲੇ ਰਿਪੋਰਟ ਆਉਂਦੀ ਸੀ, ਅਸੀਂ ਨਾਲ ਦੇ ਨਾਲ ਉਹਦਾ ਐਕਸ਼ਨ ਲੈਂਦੇ ਸੀ। ਇੱਥੇ ਤਾਂ ਸਰਕਾਰ ਹੈ ਹੀ ਨਹੀਂ। ਦੋਸ਼ੀ ਪੰਜਾਬ ਸਰਕਾਰ ਹੈ। ਹੁਣ ਆਪਣੀਆਂ ਕਮੀਆਂ ਛੁਪਾਉਣ ਦੀ ਕੋਸ਼ਿਸ਼ ਨਾ ਕਰ। ਨਵਜੋਤ ਸਿੰਘ ਸਿੱਧੂ ਲੱਗਦਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਕੱਲ ਮੌਨ ਵਰਤ ਰੱਖਣ ਲੱਗੇ। ਪਹਿਲਾਂ ਯੂਪੀ 'ਚ ਬੈਠੇ ਉੱਥੇ ਮੌਨ ਵਰਤ ਤੋੜਿਆ ਹੋਣਾ ਸੀ ਅੰਮ੍ਰਿਤਸਰ 'ਚ। ਮੈਂ ਉਹਨਾਂ ਬਾਰੇ ਕੀ ਕਵਾਂ? ਹੁਣ ਉੱਥੇ ਮੌਨ ਵਰਤ ਰੱਖਦੇ ਆ ਰੋਟੀ ਖਾ ਕੇ, ਤੇ ਬ੍ਰੇਕਫਾਸਟ ਤੋਂ ਪਹਿਲੇ ਉੱਠ ਖੜੇ। ਹੁਣ ਵੀ ਪਤਾ ਨਹੀਂ ਕਦੋਂ ਸ਼ੁਰੂ ਕਰਨਗੇ। ਯਾਰ ਆਹ ਡਰਾਮੇ ਕਰਨਾ ਬੰਦ ਕਰੋ। ਜੋ ਪੰਜਾਬ ਦੀ ਲੜਾਈ ਹੈ, ਲੜਾਈ ਲੜੋ, ਡਰਾਮੇ ਕਰਨੇ ਬੰਦ ਕਰੋ। ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ 'ਚ ਸੀਐਮ ਬਣਨ ਦਾ ਸੁਪਨਾ ਜਿਹੜਾ ਫਿਰ ਸਾਹਮਣੇ ਆਇਆ, ਉਹਨਾਂ ਦਾ ਦਰਦ ਜਿਹੜਾ, ਉਹਦਾ ਕੱਲਾ ਇੱਕੋ ਇੱਕ ਸੁਪਨਾ ਹੈ ਸੀਐਮ ਬਣਦਾ, ਤੇ ਉਸ ਕਰਕੇ ਉਹ ਹਰ ਕੁਛ ਨੂੰ ਤਬਾਹ ਕਰ ਸਕਦਾ ਹੈ। ਜੋ ਚੀਜ਼ਾਂ ਉਹਦੇ ਅੱਗੇ ਆਉਣਗੀਆਂ ਸੀਐਮ ਬਣ ਤੇ ਰੁਕਣਗੀਆਂ। ਧਰਮ ਦੀ ਰਾਜਨੀਤੀ ਔਰ ਮੁਫਤਖੋਰੀ ਦੀ ਰਾਜਨੀਤੀ ਪੰਜਾਬ ਲਈ ਖਤਰਨਾਕ ਹੁੰਦੀ ਹੈ। ਧਰਮ ਦੀ ਰਾਜਨੀਤੀ ਜਿਵੇਂ ਕਿਹਾ ਜਾ ਰਿਹਾ, ਸਾਰੀਆਂ ਪਾਰਟੀਆਂ ਵੱਲੋਂ ਅਨੁਸੂਚਿਤ ਚਿਹਰਾ ਅੱਗੇ ਲਿਆ ਜਾ ਰਿਹਾ। ਇਹਨਾਂ ਨੇ ਸੀ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਹਾਂ, ਪੰਜਾਬ ਵਿੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨਾਲ ਚੱਲਣਾ ਚਾਹੀਦਾ, ਜਿਵੇਂ ਉਹਨਾਂ ਦੀ ਸੋਚ ਰਹੀ ਹੈ ਪੰਜਾਬ ਵਾਸਤੇ। ਸਾਰੇ ਧਰਮਾਂ ਦਾ ਸਤਿਕਾਰ, ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਜਾਣਾ, ਇੱਕ ਮੁੱਠ ਕਰਨਾ, ਉਹ ਸੋਚ ਚਾਹੀਦੀ ਹੈ ਜਿਵੇਂ ਬਾਦਲ ਸਾਹਿਬ ਰੱਖੀ। ਸੁਖਬੀਰ ਬਾਦਲ ਨੇ ਅੰਮ੍ਰਿਤਸਰ ਦੇ ਹਲਕਾ ਪੱਛਮ ਦਾ ਕੀਤਾ ਦੌਰਾ, ਲੋਕਾਂ ਨਾਲ ਕੀਤੀ ਗੱਲਬਾਤ। ਭਾਜਪਾ ਨਾਲ ਗੱਠਜੋੜ ਤੋੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ਹਿਰੀ ਇਲਾਕਿਆਂ ਵਿੱਚ ਆਪਣੀਆਂ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਤਹਿਤ ਸੁਖਬੀਰ ਬਾਦਲ ਨੇ ਹਲਕਾ ਪੱਛਮੀ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਉਹਨਾਂ ਇੱਕ ਜਨ ਸਭਾ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਹਨ ਅਤੇ ਅਜੇ ਤੱਕ ਪੂਰੇ ਨਹੀਂ ਕੀਤੇ, ਪਰ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੀ ਸਰਕਾਰ ਵਿੱਚ ਬਾਦਲ ਵੱਲੋਂ ਕੀਤੇ ਵਾਅਦੇ ਪੂਰੇ ਕੀਤੇ ਹਨ। ਉਹਨਾਂ ਕਿਹਾ ਕਿ ਚੋਣਾਂ ਦਾ ਸਮਾਂ ਨੇੜੇ ਹੈ, ਕਾਂਗਰਸ ਇੱਕ ਵਾਰ ਫਿਰ ਜਨਤਾ ਨਾਲ ਲੁਭਾਉਣੇ ਵਾਅਦੇ ਕਰਨ ਲਈ ਬਾਹਰ ਨਿਕਲੇਗੀ, ਪਰ ਇਸ ਵਾਰ ਜਨਤਾ ਕਾਂਗਰਸ ਦੇ ਜਾਲ ਵਿੱਚ ਨਹੀਂ ਫਸੇਗੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੋਟਾਂ ਹਰ 5 ਸਾਲ ਬਾਅਦ ਆਉਂਦੀਆਂ, ਤੁਸੀਂ ਆਪਣੀ ਸਰਕਾਰ ਚੁਣਦੇ ਹੋ, ਪਰ ਜੇ ਗਲਤ ਫੈਸਲਾ ਕਰ ਲਿਆ 5 ਸਾਲ ਪਛਤਾਉਣਾ ਪੈਂਦਾ ਹੈ। ਇਹਨਾਂ 5 ਸਾਲ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਆ 5 ਸਾਲ ਕਾਂਗਰਸ ਦੀ। ਤੁਹਾਡੇ ਸਾਹਮਣੇ ਹੈ ਜੋ ਕੰਮ ਹੋਏ ਹੈ। ਆ ਜਿਹੜੀ ਸੜਕ ਤੇ ਬੈਠੇ ਆ, ਯਾਦ ਕਰੋ ਜਦੋਂ ਸੜਕ ਨਹੀਂ ਹੁੰਦੀ ਸੀ ਤੇ ਕੀ ਹਾਲ ਹੁੰਦਾ ਸੀ ਇੱਥੋਂ ਯੂਨੀਵਰਸਿਟੀ ਤੱਕ ਤੇ ਸ਼ਹਿਰ ਤੱਕ। ਇੱਥੇ ਮੀਂਹ ਪੈ ਜਾਂਦੇ, ਤੁਸੀਂ ਬਾਹਰ ਖੜ ਨਹੀਂ ਸਕਦੇ ਸੀ। ਕਲਿਆਣ ਨਹੀਂ, ਤੁਸੀਂ ਅੰਮ੍ਰਿਤਸਰ ਸ਼ਹਿਰ ਦੇਖ ਲਓ, ਪਿਛਲੇ 5 ਸਾਲ ਨਵਜੋਤ ਸਿੱਧੂ 2-2.5 ਸਾਲ ਲੋਕਲ ਬਾਡੀ ਮਿਨਿਸਟਰ ਹੈ ਇੱਥੋਂ ਦਾ। ਸੋਨੀ ਮਿਨਿਸਟਰ ਸ਼ਹਿਰ ਦੇ। ਹੁਣ ਡਾਕਟਰ ਵੇਰਕਾ ਇੱਥੋਂ ਦੇ ਆਪਣੇ ਆਪ ਨੂੰ ਬਹੁਤ ਪਾਵਰਫੁਲ ਮਿਨਿਸਟਰ ਆਦਮੀ ਸਮਝਦੇ ਆ, ਉਹ ਵੀ ਇੱਥੋਂ ਦੇ। ਉਹਨਾਂ ਨੇ ਕੀਤਾ ਕੀ ਹੈ? ਜੇ ਕਿਸੇ ਨੇ 5 ਸਾਲ ਕੁਝ ਕਰਨਾ ਹੀ ਨਹੀਂ, ਕੱਲੀ ਸਰਕਾਰ ਦੀ ਚੌਧਰ ਲੈ ਕੇ ਲੁੱਟਣ ਵਾਸਤੇ ਕੰਮ। ਇਸ ਕਰਕੇ ਅੰਮ੍ਰਿਤਸਰ ਵਾਲਿਓ, ਜੋ ਮੈਂ ਸ਼ਹਿਰ ਦੀ ਡਿਵੈਲਪਮੈਂਟ ਕਰਾਈ, ਮੈਂ ਸੇਵਾ ਸਮਝ ਕੇ ਡਿਵੈਲਪਮੈਂਟ ਕਰਾਈ। ਆ ਗੁਰੂ ਦੀ ਨਗਰੀ ਹੈ, परमात्मा की बख्शिश हुई, सानू सेवा करने का मौका मिला। मेरे मन च एक दिन मैं दरबार साहब तो बाहर आ रहा सी, मत्था टेक के ते मेरे मन च आया कि इन्नी अपनी कौम वास्ते, पंजाब वास्ते, देश में सब तो वड्डी जगह है, पर बुरा हाल इत्थे कोई सड़क नहीं सी, कोई पुल नहीं सी, कोई डिवेलपमेंट नहीं सी। मैं मन बना लिया कि मैं गुरु की नगरी को खूबसूरत बनाना है। मैं दिन रात मेहनत की, तकरीबन 2.5-3 हज़ार करोड़ रुपया कल्ले इस शहर वास्ते लाया। मैं रात को जो आंदा गड्डी कल्ली कढ़ के आ सड़क ते आंदा, सारी सड़कां ते आंदा, कित्थे चौड़ी करनी है, कित्थे की करना है। पूरे शहर विच मैं लगातार
ਘੁੰਮ ਕੇ ਤੁਸੀਂ ਦੇਖੋ ਜਿੰਨੇ ਪੁਲ ਬਣੇ ਆ, ਜਿੰਨੇ ਜਿਹੜੀਆਂ ਸੜਕਾਂ ਚੌੜੀਆਂ ਹੋਈਆਂ ਆ BRT ਸਿਸਟਮ ਤੋਂ ਸਾਰੇ ਹੀ ਸਿਸਟਮ ਬਹਿ ਕੇ ਅਸੀਂ ਬਣਾਏ ਆ, ਕਿਉਂਕਿ ਅਸੀਂ ਆ ਸੇਵਾ ਸਮਝ ਕੇ ਕੰਮ ਕੀਤਾ। ਕਾਂਗਰਸ ਨੇ ਤਾਂ ਕੁਝ ਕਰਨਾ ਨਹੀਂ। ਮੈਂ ਇਸ ਕਰਕੇ ਬੇਨਤੀ ਕਰਨ ਆਇਆ, ਆਪਾਂ ਫਰਕ ਦੇਖੀਏ ਕਿ ਕਿਹੜੀ ਪਾਰਟੀ ਜਿਹੜੀ ਸਹੀ ਮਨੇ ਤੇ ਦਿਲੋਂ ਪੰਜਾਬ ਦੀ ਹੈ, ਪੰਜਾਬ ਦੀ ਸੇਵਾ ਕਰਨਾ ਚਾਹੁੰਦੀ ਹੈ। ਕੱਲੇ ਅੰਮ੍ਰਿਤਸਰ ਨਹੀਂ, ਤੁਸੀਂ ਪੰਜਾਬ ਦੇ ਚਾਰੋਂ ਤਰਫ ਦੇਖ ਲਓ, ਜੋ ਕੁਝ ਬਣਿਆ ਉਦੋਂ ਹੀ ਬਣਿਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਜਿੰਨੇ ਵੀ ਥਰਮਲ ਪਲਾਂਟ ਬਿਜਲੀ ਦੇ ਹੈ ਪੂਰੇ ਪੰਜਾਬ 'ਚ, ਜਿੰਨੇ ਵੀ ਬਿਜਲੀ ਦੇ ਥਰਮਲ ਪਲਾਂਟ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ। ਅੱਜ ਅੰਮ੍ਰਿਤਸਰ ਤੋਂ ਤੁਸੀਂ ਪਠਾਨਕੋਟ ਜਾਂਦੇ ਹੋ, ਅੰਮ੍ਰਿਤਸਰ ਤੋਂ ਬਠਿੰਡੇ ਜਾਂਦੇ ਹੋ, ਅੰਮ੍ਰਿਤਸਰ ਤੋਂ ਪੂਰੇ ਪੰਜਾਬ ਜਾਂਦੇ ਹੋ, 4 ਤੇ 6 ਲੇਨ ਦੀਆਂ ਸੜਕਾਂ ਸਾਰੀਆਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਈਆਂ। ਤੁਹਾਡੇ ਸ਼ਹਿਰ ਵਿੱਚ ਸੀਵਰੇਜ ਤੋਂ ਲੈ ਕੇ ਜਿੰਨਾ ਕੰਮ ਤੁਸੀਂ ਪਿਛਲੇ 5 ਸਾਲਾਂ 'ਚ ਦੇਖਿਆ ਹੋਣਾ, ਇੱਥੇ ਹੀ ਦੇਖ ਲਓ ਸ਼ਹਿਰ ਦੇ ਵਿੱਚ ਅਸੀਂ ਕਿੰਨੀ ਡਿਵੈਲਪਮੈਂਟ ਕਰੀ। ਆ ਜਿੰਨੇ ਮਿਊਜ਼ੀਅਮ ਬਣਾਏ ਇੱਥੇ, ਆ ਜਿਹੜਾ ਕਿਲਾ ਹੈ ਉਹਨੂੰ ਠੀਕ ਕੀਤਾ, ਤੇ ਹੋਰ ਕਿੰਨਾ ਹਲੇ ਬਹੁਤ ਕੁਝ ਕੰਮ ਕਰਨ ਵਾਲਾ ਹੈ। ਮੰਦਰ ਕਮੇਟੀ ਨੂੰ ਬੇਨਤੀ ਆ ਕਿ ਹੁਣ ਉਹ ਡਾਕਟਰ ਦਲਵੀਰ ਸਿੰਘ ਵੇਰਕਾ ਜੀ ਸਾਡੇ ਆਉਣ ਵਾਲੇ MLA ਸਾਹਿਬ ਨੂੰ ਵੀ ਸਨਮਾਨਿਤ ਕਰਨ। ਜੈ ਸ਼੍ਰੀ ਰਾਮ। ਸਾਡੇ ਜ਼ਿਲ੍ਹੇ ਦੇ ਪ੍ਰਧਾਨ ਗੁਰਪ੍ਰਤਾਪ ਟਿੱਕਾ ਜੀ ਨੂੰ ਵੀ ਸਨਮਾਨਿਤ ਕਰਨ। ਸਾਡੇ ਅਮਨ ਐਰੀ ਜੀ ਜਿਹੜੇ ਜੁਆਇੰਟ ਸੈਕਟਰੀ ਆ ਤੇ ਕਾਉਂਸਲਰ ਆ, ਉਹਨਾਂ ਨੂੰ ਵੀ ਮੰਦਰ ਕਮੇਟੀ। ਚੋਲਾ ਸਾਹਿਬ ਵਿਖੇ ਚੋਰਾਂ ਵੱਲੋਂ ਘਰ ਵਿੱਚ ਦਾਖਲ ਹੋ ਕੇ 8 ਤੋਲੇ ਸੋਨੇ ਦੇ ਗਹਿਣੇ ਅਤੇ 70,000 ਨਕਦੀ ਚੋਰੀ। ਇਲਾਕਾ ਚੋਲਾ ਸਾਹਿਬ ਵਿਖੇ ਚੋਰਾਂ ਵੱਲੋਂ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਬੀਤੀ ਰਾਤ ਕੁਝ ਅਣਪਛਾਤੇ ਚੋਰਾਂ ਵੱਲੋਂ ਕਸਬਾ ਚੋਲਾ ਸਾਹਿਬ ਵਿਖੇ ਰਾਣੀ ਬਹਾਲ ਰੋਡ ਤੇ ਸਥਿਤ 2 ਘਰਾਂ ਨੂੰ ਚੋਰੀ ਦਾ ਨਿਸ਼ਾਨਾ ਬਣਾਉਂਦਿਆਂ ਹੋਇਆ 8 ਤੋਲੇ ਸੋਨੇ ਦੇ ਗਹਿਣੇ ਅਤੇ 70,000 ਦੇ ਕਰੀਬ ਨਕਦੀ ਚੋਰੀ ਕਰ ਲਈ ਗਈ। ਪੀੜਤ ਪਰਿਵਾਰ ਦੇ ਮੁਖੀ ਗੁਰਜੰਟ ਸਿੰਘ ਪੁੱਤਰ ਸਵਰਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਉਹਨਾਂ ਦੇ ਘਰ ਵਿੱਚ ਦਾਖਲ ਹੋ ਕੇ ਟਰੰਕ ਵਿੱਚ ਰੱਖੇ 8 ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ ਵਿੱਚ ਇੱਕ ਹਾਰ, 2 ਚੂੜੀਆਂ, 2 ਮੁੰਦਰੀਆਂ ਤੇ 1 ਵਾਲੀਆਂ ਦਾ ਜੋੜਾ ਸ਼ਾਮਲ ਹੈ, ਚੋਰੀ ਕਰ ਲਏ ਗਏ। ਜਿਸ ਤੋਂ ਇਲਾਵਾ ਉੱਥੇ ਰੱਖੇ 70,000 ਰੁਪਏ ਦੇ ਕਰੀਬ ਪੈਸੇ ਵੀ ਚੋਰੀ ਹੋ ਗਏ। ਇਸ ਤੋਂ ਇਲਾਵਾ ਚੋਰ ਨਜ਼ਦੀਕ ਇੱਕ ਘਰ ਵਿੱਚ ਵੀ ਦਾਖਲ ਹੋਏ, ਪਰ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ। ਹਾਂਜੀ, ਕੀ ਗੱਲਬਾਤ ਹੋਈ? ਰਾਤ ਸਾਡੇ ਨਾਲ 2 ਘਰਾਂ 'ਚ ਚੋਰੀਆਂ ਹੋਈਆਂ ਜੀ। ਅੱਛਾ ਜੀ। ਲਾਗੇ ਗੁਆਂਢ ਸਰਵਣ ਸਿੰਘ ਦੇ ਘਰ, ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ, ਗਹਿਣਾ ਵੀ ਤੇ ਪੈਸੇ ਵੀ ਲੱਗੇ ਆ। ਤੁਹਾਡੇ ਮੇਰੇ ਘਰ ਖਿੜਕੀਆਂ ਤੋੜੀ ਆ ਤੇ ਤਖਤੀਆਂ ਪੁੱਟੀਆਂ ਤੇ ਸੀਖਾਂ ਵਿੰਗੀਆਂ ਕੀਤੀਆਂ, ਅੰਦਰ ਨਹੀਂ ਲੰਘੇ, ਨੁਕਸਾਨ ਕੋਈ ਨਹੀਂ ਆ। ਗਏ ਜ਼ਰੂਰ, ਆਪਦਾ ਜ਼ੋਰ ਲਾ ਕੇ ਹਟ ਗਏ। ਹਾਂਜੀ। ਕੀ ਪ੍ਰਸ਼ਾਸਨ ਤੋਂ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ, ਪ੍ਰਸ਼ਾਸਨ ਛੇਤੀ ਸਖਤੀ ਕਰੇ, ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ। ਜ਼ਿਮੀਂਦਾਰ ਅੱਗੇ ਲੁੱਟਿਆ ਪੁੱਟਿਆ ਪਿਆ, ਕੁਛ ਮੋਦੀ ਨੇ ਤੰਗ ਕੀਤਾ ਤੇ ਕੁਝ ਜ਼ਿਮੀਂਦਾਰ ਉੱਥੇ ਧਰਨੇ ਤੇ ਬੈਠੇ ਆ। ਅਸੀਂ 10-15 ਦਿਨ ਧਰਨੇ ਤੇ ਗੇੜਾ ਮਾਰਨਾ ਪੈਂਦਾ ਤੇ ਚੋਰ ਇਸ ਚੀਜ਼ ਦਾ ਫਾਇਦਾ ਉਠਾਉਂਦੇ ਆ ਤੇ ਉਹ ਸਾਡੀ ਲੁੱਟ ਖਸੁੱਟ ਕਰਦੇ ਆ। ਤੇ ਪ੍ਰਸ਼ਾਸਨ ਨੂੰ ਛੇਤੀ ਸਖਤੀ ਕਰਕੇ ਤੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ। ਤੁਹਾਡੇ ਪਿੱਛੇ ਵੀ ਲਾਗੇ ਕਹਿੰਦੇ ਚੋਰੀ ਹੋਈਆਂ? ਪਿੱਛੇ ਸਾਡੇ 1.5 ਮਹੀਨਾ ਹੋ ਗਿਆ, ਨਿੱਕੇ ਚੋਲੇ ਹੋਈ ਹੈ ਜੀ 5 ਘਰਾਂ 'ਚ। ਗ੍ਰਿਲ ਪੁੱਟ ਕੇ ਇਸੇ ਤਰ੍ਹਾਂ 5 ਘਰਾਂ 'ਚ ਚੋਰੀਆਂ ਕੀਤੀਆਂ। ਇਹ ਕਿੰਨੀ ਚੋਰੀ ਹੋ ਗਈ ਭਾਜੀ? ਭਾਜੀ 8 ਤੋਲੇ ਸੋਨਾ ਤੇ 70,000 ਰੁਪਏ। ਤੇ ਕਿਵੇਂ ਤੁਹਾਨੂੰ ਪਤਾ ਲੱਗਾ ਜੀ? ਭਾਜੀ ਉਹ ਸਵੇਰੇ ਜਦੋਂ ਥੋੜਾ ਖੜਾਕ ਹੋਇਆ ਨਾ ਤੇ ਮੈਂ ਮੜਾਇਆ ਉੱਠ ਕੇ ਵੇਖਿਆ ਤੇ ਉਦੋਂ ਬਸ ਚੋਰ ਭੱਜ ਗਿਆ ਤੇ ਸਾਨੂੰ ਪਤਾ ਨਹੀਂ ਲੱਗਾ ਕਿਧਰ ਨੂੰ ਚਲੇ ਗਏ। ਅੱਛਾ ਭੈਣ ਜੀ, ਕੀ ਚੋਰੀ ਹੋਇਆ ਆਪਣਾ ਭਲਾ? ਆਪਣਾ ਇੱਕ ਹਾਰ, ਚੂੜੀਆਂ, ਵਾਲੀਆਂ, 2 ਛਾਪ। ਠੀਕ ਹੈ ਜੀ। ਕੀ ਪ੍ਰਸ਼ਾਸਨ ਤੋਂ ਮੰਗ ਕਰਦੇ? ਪ੍ਰਸ਼ਾਸਨ ਤੋਂ ਭਾਜੀ ਇਹੋ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ। ਠੀਕ। ਇੱਥੇ ਨਾ ਸਵੇਰੇ ਥਾਣੇ 'ਚ ਦਰਖਾਸਤ ਦਿੱਤੀ ਹੈ ਗੁਰਜੰਟ ਸਿੰਘ ਪੁੱਤਰ ਸਰਵਨ ਸਿੰਘ ਨੇ ਤੇ ਬੀਤੀ ਰਾਤ ਜਿਹੜਾ ਮੇਰੇ ਘਰ ਦੇ ਬਾਹਰ ਬਾਈਕ, ਇਹਨਾਂ ਦੀਆਂ ਬਾਈਕਾਂ ਨੇ ਪਿੱਛੋਂ ਕਿਤੇ ਬਾਰੀ ਤੋੜ ਕੇ ਤੇ ਜਿਹੜਾ ਆਪਣਾ ਪੇਟੀਆਂ ਦੇ ਉੱਤੇ ਟਰੰਕ ਆ ਤੇ ਉਹਦੇ ਵਿੱਚ ਸਾਡਾ ਸੋਨਾ ਪਿਆ ਸੀ ਤੇ ਕੁਝ ਪੈਸੇ ਆ ਤੇ 8 ਤੋਲੇ ਸੋਨਾ ਤੇ 70,000 ਰੁਪਇਆ ਹੈ। ਉਹ ਦਰਖਾਸਤ ਦੀ ਦਰਾਪਤ ਵਾਸਤੇ ਅਸੀਂ ਇੱਥੇ ਆਏ ਮੌਕੇ ਤੇ। ਫਿੰਗਰਪ੍ਰਿੰਟ ਵੀ ਮੰਗਾਏ ਆ, ਡੌਗ ਸਕਾਡ ਵੀ ਮੰਗਾਇਆ ਵਾ ਤੇ ਡੰਪ ਵੀ ਚੁਕਾ ਰਹੇ ਆ ਤੇ ਟੈਕਨੀਕਲ ਤੌਰ ਤੇ ਤਫਤੀਸ਼ ਕੀਤੀ ਜਾ ਰਹੀ ਹੈ, ਮੁਕੱਦਮਾ ਦਰਜ ਕੀਤਾ ਜਾ ਰਿਹਾ ਤੇ ਦੋਸ਼ੀਆਂ ਨੂੰ ਜਲਦੀ ਟ੍ਰੇਸ ਕੀਤਾ ਜਾਊਗਾ ਤੇ ਆਪਣੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਰੂਸ ਦੇ ਤਤਾਰਿਸਤਾਨ ਵਿਖੇ ਜਹਾਜ਼ ਕ੍ਰੈਸ਼ ਹੋਣ ਨਾਲ ਹੋਇਆ ਵੱਡਾ ਹਾਦਸਾ, 16 ਲੋਕਾਂ ਦੀ ਹੋਈ ਮੌਤ।
रूस ਦੇ ਤਾਤਰਸਤਾਨ ਵਿੱਚ ਐਤਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਲੋਕ ਜ਼ਖਮੀ ਹੋਏ ਹਨ। ਸਥਾਨਕ ਮੀਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਐਮਰਜੈਂਸੀ ਸੇਵਾਵਾਂ ਨੇ ਸਪੁਟਨਿਕ ਨੂੰ ਦੱਸਿਆ ਕਿ 7 ਜ਼ਖਮੀ ਹਸਪਤਾਲ ਵਿੱਚ ਦਾਖਲ ਹਨ ਅਤੇ ਬਾਕੀ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਸਿਹਤ ਮੰਤਰਾਲੇ ਨੇ ਕਿਹਾ ਕਿ 7 ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਬੇहद ਗੰਭੀਰ ਹੈ। ਰਿਪੋਰਟਰਾਂ ਦੇ ਅਨੁਸਾਰ ਇਹ ਇੱਕ ਲੇਟੈਲ 410 ਟਰਬੋਲੈਂਟ ਜਹਾਜ਼ ਸੀ ਜਿਸ ਵਿੱਚ 23 ਲੋਕ ਸਵਾਰ ਸਨ। यूपी विधानसभा चोणां विच पीएम मोदी की गढ़ विच प्रियंका गांधी की हुंकार। आज नवरात्रि का चौथा दिन है। मैं व्रत हूँ तो मैं माँ की स्तुति से शुरू करना चाहती हूँ। या देवी सर्वभूतेषु शक्ति रूपेण संस्थिता नमस्तस्यै 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 नमो नमः। सर्वमंगल मांगल्ये शिवे सर्वार्थ साधिके शरणे त्र्यंबके गौरी नारायण नमोस्तुते। मेरे साथ कहिए जय माता दी, जय माता दी, जय माता दी। मैं उपस्थित सभी नेतागण को यहाँ पे मैं उनका स्वागत करना चाहती हूँ। श्री भूपेश बघेल जी, श्री अजय कुमार लल्लू जी, श्रीमती आराधना मिश्रा मोना जी, श्री दीपेंद्र हुडा जी, श्री प्रमोद तिवारी जी, श्री सलमान खुर्शीद जी, श्री PL पुनिया जी, राजेश मिश्रा जी, अजय राय जी, श्री इमरान प्रतापगढ़ी जी, प्रदीप माथुर जी, विवेक बंसल जी, प्रदीप जैन आदित्य जी, दीपक सिंह MLC जी, जितेंद्र सिंह XMP, कमल किशोर कमांडो जी, किशोरीलाल शर्मा जी, मोहम्मद मुकीम जी, नदीम जावेद जी, राकेश सचान जी, सुप्रिया श्रीनेत जी, सोहेल अंसारी जी, जफर अली नकवी जी, पंकज मलिक जी, ब्रिजलाल खाबरी जी, श्री अनुग्रह नारायण सिंह जी, उपस्थित प्रदेश कांग्रेस के कमेटी के पदाधिकारी, फ्रंटल विभाग प्रकोष्ठ के पदाधिकारी, सभी जिला शहर अध्यक्ष, युवा, किसान, महिला और मीडिया के मेरे साथी, आप सबका इस सभा में बहुत बहुत स्वागत। जैसे मैंने कहा, नवरात्रि चल रही है। इस समय मुझे उचित लगा कि मैं आपसे अपनी दिल की बात कहूं। जो सच्चाई मैंने उत्तर प्रदेश में पिछले 2 सालों से देखी है, जब से मैं यहाँ पे काम कर रही हूँ, वो सच्चाई मैं आपके सामने रखना चाहती हूँ। शुरू में जब मैंने यहाँ काम करना शुरू किया तो एक घटना हुई यहाँ से कुछ ही दूर सोनभद्र में। इस घटना में 13 आदिवासी खेत में काम कर रहे थे। जब पुलिस प्रशासन की सहमति से कुछ लोग उनकी ज़मीन लेने की कोशिश कर रहे थे, वो लोग आए, ट्रैक्टर जीप लेके आए और उन्होंने मारपीट की, गोली चलाई और 13 आदिवासियों को शहीद किया। सोनभद्र में नरसंहार हुआ। जब मैं उनसे मिलने गई तो मेरे मन में एक बात बहुत स्पष्ट मुझे लगी। जिस परिवार के पास मैं जा रही थी, वे कह रहे थे हमें मुआवजा नहीं चाहिए, हमें पैसा नहीं चाहिए किसी सरकार का, हमें न्याय चाहिए। लेकिन दीदी, हमें न्याय की उम्मीद नहीं है। लुधियाना की स्टाफ कॉलोनी विच लुटेरे एक औरत की चैन खो के होए फरार। घटना हुई CCTV च कैद। पंजाब विच लुट्टा खूਹਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਲੁਟੇਰੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ।
ਇਸੇ ਕੜੀ ਵਿੱਚ ਸੀਐਮਸੀ ਲੁਧਿਆਣਾ ਸਟਾਫ ਕਲੋਨੀ ਵਿੱਚ ਸਵੇਰੇ ਲੁਟੇਰਿਆਂ ਨੇ ਇੱਕ ਔਰਤ ਦੀ ਚੇਨ ਖੋਹ ਲਈ ਅਤੇ ਫਰਾਰ ਹੋ ਗਏ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਲੁਧਿਆਣਾ ਪੁਲਿਸ ਦੀ ਟੀਮ ਅਪਰਾਧੀਆਂ ਨੂੰ ਫੜਨ ਲਈ ਸਖਤ ਕਾਰਵਾਈ ਕਰ ਰਹੀ ਹੈ। यूपी ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਸ਼ਾਂਤੀ ਲਈ ਗੁਰਨਾਮ ਚੜੂਨੀ ਨੇ ਪ੍ਰਦਰਸ਼ਨ ਵਿੱਚ ਸ਼ਾमिल होने की ਕੀਤੀ अपील। साथियों नमस्कार। साथियों, आपको पता है कि हमारे कई किसान भाइयों को उत्तर प्रदेश के अंदर शहीद कर दिया गया है। उनकी आत्मिक शांति के लिए कल सभी जगह पे प्रार्थनाएं की जाएंगी। हमारी आप सबसे बेनती है कि जहाँ जहाँ हमारे धरने चल रहे हैं या अपने अपने गांव में जहाँ जहाँ भी कोई भाई कर सकता है, वो सभी धर्मों के भाई, सभी बरादरियों के भाई, क्योंकि वो देश के लिए शहीद हुए हैं। ये आंदोलन केवल किसानों का नहीं है, देश के हर नागरिक की रोटी का सवाल है, जिसके लिए उन भाइयों ने कुर्बानियाँ दी हैं। इसलिए देश का हर जाति, हर धर्म उनकी आत्मिक शांति के लिए कल प्रार्थना करे और अपने अपने तरीके से, जैसे सिख भाई हैं वो कहीं गुरुद्वारे में या जिस जगह भी उचित समझें वहाँ पे सुखमनी साहब का पाठ करवा के और अरदास करें, और हिंदू भाई हैं वो अपने तरीके से करें, मुसलमान भाई हैं वो अपने तरीके से करें। यानी ये कल का प्रोग्राम पूरे देश का है। पूरे देश में जहाँ जहाँ भी भाई कोई कर सकता है वो उनकी आत्मिक शांति के लिए प्रार्थना करे और जो अपने रीति रिवाज हैं उसके मुताबिक करे। सभी का बहुत बहुत धन्यवाद। साथियों नमस्कार। साथियों, आपको पता है कि हमारे कई किसान भाइयों को उत्तर प्रदेश के अंदर शहीद कर दिया गया है। उनकी आत्मिक शांति के लिए कल सभी जगह पे प्रार्थनाएं की जाएंगी। हमारी आप सबसे बेनती है कि जहाँ जहाँ हमारे धरने चल रहे हैं या अपने अपने गांव में जहाँ जहाँ भी कोई भाई कर सकता है, वो सभी धर्मों के भाई, सभी बरादरियों के भाई, क्योंकि वो देश के लिए शहीद हुए हैं। ये आंदोलन केवल किसानों का नहीं है, देश के हर नागरिक की रोटी का सवाल है, जिसके लिए उन भाइयों ने कुर्बानियाँ दी हैं। इसलिए देश का हर जाति, हर धर्म उनकी आत्मिक शांति के लिए कल प्रार्थना करे और अपने अपने तरीके से, जैसे सिख भाई हैं वो कहीं गुरुद्वारे में या जिस जगह भी उचित समझें वहाँ पे सुखमनी साहब का पाठ करवा के और अरदास करें, और हिंदू भाई हैं वो अपने तरीके से करें, मुसलमान भाई हैं वो अपने तरीके से करें। यानी ये कल का प्रोग्राम पूरे देश का है। पूरे देश में जहाँ जहाँ भी भाई कोई कर सकता है वो उनकी आत्मिक शांति के लिए प्रार्थना करे और जो अपने रीति रिवाज हैं उसके मुताबिक करे। सभी का बहुत बहुत धन्यवाद। साथियों नमस्कार। साथियों, आपको पता है कि हमारे कई किसान भाइयों को उत्तर प्रदेश के अंदर शहीद कर दिया गया है। उनकी आत्मिक शांति के लिए कल सभी जगह पे प्रार्थनाएं की जाएंगी। हमारी आप सबसे बेनती है कि जहाँ जहाँ हमारे धरने चल रहे हैं या अपने अपने गांव में जहाँ जहाँ भी कोई भाई कर सकता है, वो सभी धर्मों के भाई, सभी बरादरियों के भाई, क्योंकि वो देश के लिए शहीद हुए हैं। ये आंदोलन केवल किसानों का नहीं है, देश के हर नागरिक की रोटी का सवाल है, जिसके लिए उन भाइयों ने कुर्बानियाँ दी हैं। इसलिए देश का हर जाति, हर धर्म उनकी आत्मिक शांति के लिए कल प्रार्थना करे और अपने अपने तरीके से, जैसे सिख भाई हैं वो कहीं गुरुद्वारे में या जिस जगह भी उचित समझें वहाँ पे सुखमनी साहब का पाठ करवा के और अरदास करें, और हिंदू भाई हैं वो अपने तरीके से करें, मुसलमान भाई हैं वो अपने तरीके से करें। यानी ये कल का प्रोग्राम पूरे देश का है। पूरे देश में जहाँ जहाँ भी भाई कोई कर सकता है वो उनकी आत्मिक शांति के लिए प्रार्थना करे और जो अपने रीति रिवाज हैं उसके मुताबिक करे। सभी का बहुत बहुत धन्यवाद। साथियों नमस्कार। साथियों, आपको पता है कि हमारे कई किसान भाइयों को उत्तर प्रदेश के अंदर
शहीद कर दिया गया है, उनकी आत्मिक शांति के लिए कल सभी जगह पे प्रार्थनाएं की जाएंगी। हमारी आप सबसे बेनती है कि जहाँ जहाँ हमारे धरने चल रहे हैं या अपने अपने गांव में जहाँ जहाँ भी कोई भाई कर सकता है, वो सभी धर्मों के भाई, सभी बरादरियों के भाई, क्योंकि वो देश के लिए शहीद हुए हैं। ये आंदोलन केवल किसानों का नहीं है, देश के हर नागरिक की रोटी का सवाल है, जिसके लिए उन भाइयों ने कुर्बानियाँ दी हैं। इसलिए देश का हर जाति, हर धर्म उनकी आत्मिक शांति के लिए कल प्रार्थना करे और अपने अपने तरीके से, जैसे सिख भाई हैं वो कहीं गुरुद्वारे में या जिस जगह भी उचित समझें वहाँ पे सुखमनी साहब का पाठ करवा के और अरदास करें, और हिंदू भाई हैं वो अपने तरीके से करें, मुसलमान भाई हैं वो अपने तरीके से करें। यानी ये कल का प्रोग्राम पूरे देश का है। पूरे देश में जहाँ जहाँ भी भाई कोई कर सकता है वो उनकी आत्मिक शांति के लिए प्रार्थना करे और जो अपने रीति रिवाज हैं उसके मुताबिक करे। सभी का बहुत बहुत धन्यवाद। पंजाब सरकार कैबिनेट मीटिंग ਅੱਜ 300 यूनिट बिजली माफ ਕਰਨ ਸਨੇ ਲਈ ਜਾ ਸਕਦੇ ਹਨ ਕਈ ਵੱਡੇ ਫੈਸਲੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਤਾਂ ਮੁੰਡੇ ਦੇ ਵਿਆਹ ਦੀਆਂ ਤੁਸੀਂ ਵਧਾਈਆਂ ਦਿੱਤੀਆਂ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤਾਂ ਖਾਸ ਤੌਰ ਤੇ ਮੈਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਮੇਰੇ ਬੇਟੇ ਦੇ ਵਿਆਹ ਦੇ ਵਿੱਚ ਆ ਕੇ ਅਰਦਾਸ ਵੀ ਕੀਤੀ। ਜਿਹੜੀ ਅਰਦਾਸ ਵਿਆਹ ਤੋਂ ਬਾਅਦ ਹੁੰਦੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤੀ। ਬਾਅਦ ਦੇ ਵਿੱਚ ਉਹਨਾਂ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ। ਉਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਂ ਤੁਹਾਨੂੰ ਸੱਚੀ ਦੱਸਦਾ, ਮੇਰੇ ਕੋਲ ਤੁਹਾਡੇ ਇੱਕ ਪੱਤਰਕਾਰ ਹੀ ਬੈਠੇ ਸੀ, ਪੱਤਰਕਾਰ ਤਾਂ ਨਹੀਂ, ਅਖਬਾਰ ਦੇ ਮਾਲਕ ਨੇ। ਤਾਂ ਉਹਨਾਂ ਨੂੰ ਮੈਂ ਅਰਦਾਸ ਤੋਂ ਬਾਅਦ ਬੈਠਦੇ ਸਾਰੇ ਕਿਹਾ ਕਿ ਯਾਰ ਮੈਨੂੰ ਇੰਨੀ ਖੁਸ਼ੀ ਹੈ ਕਿ ਮੇਰੇ ਗਰੀਬ ਦੇ ਘਰ ਆ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਰਦਾਸ ਕੀਤੀ ਮੇਰੇ ਬੇਟੇ ਲਈ। ਉਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ। ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਵਧਾਈ ਦਿੱਤੀ। ਸਾਰਿਆਂ ਨੇ ਜਿਨ੍ਹਾਂ ਨੇ ਵਧਾਈ ਦਿੱਤੀ। ਅਸੀਂ ਪੂਰੇ ਪਰਿਵਾਰ ਨੇ ਫੈਸਲਾ ਕਰਕੇ ਬਹੁਤ ਸਾਦੇ ਢੰਗ ਦੇ ਨਾਲ ਜਿਸ ਤਰ੍ਹਾਂ ਦਾ ਵਿਆਹ ਹੋਣਾ ਚਾਹੀਦਾ, ਕਿਉਂਕਿ ਆਨੰਦ ਕਾਰਜਾਂ ਨੂੰ ਤਾਂ ਅਹਿਮੀਅਤ ਨਹੀਂ ਦਿੰਦੇ। ਹੁਣ ਤਾਂ ਮੈਰਿਜ ਪਹਿਲੇ ਦੇ ਪ੍ਰੋਗਰਾਮ ਨੂੰ ਅਹਿਮੀਅਤ ਹੋ ਗਈ ਹੈ। ਜਿਹੜਾ ਅਸਲੀ ਵਿਆਹ ਹੈ ਉਹ ਆਨੰਦ ਕਾਰਜ ਹੈ। ਅਸੀਂ ਉਸ ਨੂੰ ਅਹਿਮੀਅਤ ਦੇ ਕੇ ਸਾਰੇ ਬਹੁਤ ਸਾਰਿਆਂ ਨੂੰ ਨਹੀਂ ਬੁਲਾ ਸਕਿਆ, ਲੇਕਿਨ ਬਹੁਤ ਸੀਮਤ ਪਰਿਵਾਰਕ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ 'ਚ ਬੁਲਾਇਆ। ਉੱਥੇ ਆਨੰਦ ਕਾਰਜ ਹੋਏ ਹੈ, ਉੱਥੇ ਕੁੜੀ ਵਾਲੇ ਆ ਗਏ, ਉਹਨਾਂ ਨੇ ਉੱਥੋਂ ਹੀ ਕੁੜੀ ਤੋਰੀ ਹੈ ਤੇ ਅਸੀਂ ਆਪਣੇ ਘਰ ਲੈ ਕੇ ਆਏ। ਮੈਂ ਇਸ ਲਈ ਪਰਮਾਤਮਾ ਦਾ ਬਹੁਤ ਸ਼ੁਕਰ ਕਰਦਾ। ਦੂਸਰਾ, ਅੱਜ ਅਸੀਂ ਤੁਹਾਨੂੰ ਸੱਦਿਆ ਹੈ ਇਸ ਕਰਕੇ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲਾਈਨ ਦੇ ਜਿਹੜੇ ਅੰਦਰ ਲੋਕ ਰਹਿੰਦੇ ਹੈ ਉਹਨਾਂ ਪਾਸ ਮਾਲਕੀ ਤੇ ਹੱਕ ਨਹੀਂ ਹੈ। ਜ਼ਿਆਦਾਤਰ ਲੋਕਾਂ ਨੂੰ ਉਹਨਾਂ ਨੂੰ ਦਿੱਕਤ ਆਉਂਦੀ ਜਿਨ੍ਹਾਂ ਪਾਸ ਉਹੀ ਘਰ ਹੈ। ਜੇ ਮੁੰਡੇ ਨੇ ਕਿਤੇ ਕੋਈ ਕੰਮ ਕਰਨਾ ਹੈ ਤਾਂ ਗਿਰਵੀ ਰੱਖਣ ਨੂੰ ਕੁਛ ਹੈ ਨਹੀਂ, ਜਾਂ ਜੇ ਕਦੇ ਵੇਚਣਾ ਹੈ ਤਾਂ ਉਹਦੀ ਰਜਿਸਟਰੀ ਹੈ ਨਹੀਂ। ਮਿਊਨਿਸਪਲ ਕਮੇਟੀ ਵਾਲੇ ਉਹਨੂੰ ਆਪਣੇ ਕਾਗਜ਼ਾਂ ਚੜਾਉਂਦੇ ਆ, ਉੱਥੇ ਸਿਸਟਮ ਸਹੀ ਨਹੀਂ ਹੈ। ਸੋ ਅਸੀਂ ਇਹ ਫੈਸਲਾ ਅੱਜ ਕੀਤਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲਾਈਨ ਦੇ ਅੰਦਰ, ਲਾਲ ਡੋਰੇ ਦੇ ਅੰਦਰ ਜਿੰਨੇ ਘਰ ਹੈ, ਪੁਰਾਣੀ ਆਬਾਦੀ ਹੈ ਜਿਹੜੀ ਪਿੰਡ ਦੀ, ਉਹ ਜਿਹੜਾ ਜਿੱਥੇ ਬੈਠਾ ਹੈ ਉਹਦੇ ਨਾਮ ਕਰਾਂਗੇ। ਪਹਿਲਾਂ ਇਹ ਸਕੀਮ ਤਾਂ ਆਈ ਸੀ ਲੇਕਿਨ ਚੱਲੀ ਨਹੀਂ, ਚਲਾਈ ਨਹੀਂ ਗਈ, ਜਾਂ ਹੁਣ ਅਸੀਂ ਉਹ ਪਿੰਡਾਂ ਤੱਕ ਹੀ ਸੀਮਤ ਸੀ। ਇਹਨੂੰ ਅਸੀਂ ਸ਼ਹਿਰਾਂ ਵਿੱਚ ਵੀ ਕਰ ਦਿੱਤਾ ਹੈ ਕਿ ਸ਼ਹਿਰਾਂ ਦੇ ਲੋਕਾਂ ਦੇ ਵੀ ਜਿਹੜੇ ਘਰ ਦੇ ਵਿੱਚੋਂ ਰਹਿ ਰਹੇ ਹੈ, ਲਾਲ ਲਾਈਨ ਕਰਕੇ ਉਹਨਾਂ ਦੇ ਘਰ ਨਾਮ ਨਹੀਂ ਹੈ ਜਾਂ ਰਜਿਸਟਰੀਆਂ ਫਿਰ ਉੱਥੇ ਦਾਖਲ ਹੁੰਦੀਆਂ। ਰੈਵਨਿਊ ਡਿਪਾਰਟਮੈਂਟ ਨੂੰ ਕੰਮ ਦਿੱਤਾ ਹੈ, ਰੈਵਨਿਊ ਡਰੋਨ ਦੇ ਨਾਲ ਪੂਰਾ ਸਿਸਟਮ ਤਿਆਰ ਕਰਕੇ ਉਹਨਾਂ ਦੇ ਘਰ ਉਹਨਾਂ ਦੇ ਨਾਮ ਹੋਣਗੇ। ਇਹਦਾ ਸਕੀਮ ਦਾ ਨਾਮ ਅਸੀਂ ਰੱਖਿਆ ਮੇਰਾ ਘਰ ਮੇਰੇ ਨਾਮ। ਜਿਨ੍ਹਾਂ ਦੇ ਘਰ ਹੈ ਉਹਨਾਂ ਦੇ ਪਿੰਡਾਂ ਅਤੇ ਸ਼ਹਿਰਾਂ ਦੇ, ਪਹਿਲਾਂ ਪਿੰਡਾਂ ਤੱਕ ਹੀ ਸੀਮਤ ਸੀ, ਸ਼ਹਿਰਾਂ ਤੱਕ ਵੀ ਅਸੀਂ ਕਰ ਰਹੇ ਹਾਂ। ਸੋ ਅੱਜ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ ਹੈ, ਇੰਨਾ ਹੀ ਤੁਹਾਨੂੰ ਅਸੀਂ ਦੱਸਿਆ ਕਿ ਅਸੀਂ ਇਹ ਸਕੀਮ। ਜੇ ਕੋਈ ਇਲੀਗਲ ਕਲੋਨੀ, ਮੇਰਾ ਘਰ ਮੇਰੇ ਨਾਮ, ਜੇ ਕੋਈ ਇਲੀਗਲ ਕਲੋਨੀ ਆਂਦੀ ਉਹ ਵੀ ਰੈਗੂਲਰਾਈਜ਼ ਹੋ ਜਾਏਗੀ? ਨਹੀਂ, ਦੇਖੋ ਫੇਰ ਗੱਲ ਸਮਝ ਲਓ। ਜਿਸ ਤਰ੍ਹਾਂ ਮੇਰਾ ਖਰੜ ਹੈ, ਮੈਂ ਖਰੜ ਦਾ ਰਹਿਣ ਵਾਲਾ ਹੈ। ਪਹਿਲਾਂ ਅਸੀਂ ਪਿੰਡ ਰਹਿੰਦੇ ਸੀ, ਪਿੰਡ ਲਾਲ ਲਾਈਨ ਦੇ ਅੰਦਰ ਸਾਡਾ ਘਰ ਸੀ, ਗਲੀ ਦੇ ਵਿੱਚ ਉੱਪਰ ਜਾ ਕੇ।
ਉਹ ਮੇਰੇ ਬਾਪੂ ਦੇ ਨਾਮ ਨਹੀਂ ਹੈ, ਅੱਜ ਵੀ ਨਹੀਂ ਹੈ। ਇਸੇ ਤਰ੍ਹਾਂ ਚਾਹੇ ਕੋਈ ਵੀ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਹੈ, ਉਹਨਾਂ ਦੇ ਨਾਮ ਉਹਨਾਂ ਦੇ ਘਰ ਨਹੀਂ ਹੈ, ਕਿਉਂਕਿ ਉਹ ਲਾਲ ਡੋਰੇ ਦੇ ਅੰਦਰ ਹੈ। ਅਸੀਂ ਉਸ ਨੂੰ ਉਹਨਾਂ ਦੇ ਨਾਮ ਕਰ ਰਹੇ ਹਾਂ। ਇਸੇ ਤਰ੍ਹਾਂ ਜਦ ਸ਼ਹਿਰ ਦੇ ਵਿੱਚ ਜਿਹੜੀਆਂ ਕਲੋਨੀਆਂ ਬਾਹਰ ਵਸ ਰਹੀਆਂ, ਇਹ ਉਹਨਾਂ ਦੀ ਗੱਲ ਨਹੀਂ ਹੈ। ਇਹ ਹੈਗੀ ਹੈ ਜਿਹੜੇ ਪੁਰਾਣੇ ਬਾਸੂ ਘਰ ਹੈ ਪਿੰਡਾਂ ਦੇ ਅੰਦਰ, ਉਹ ਉਹਨਾਂ ਦੇ ਨਾਮ ਨਹੀਂ ਹੈ, ਉਹਨਾਂ ਦੇ ਨਾਮ ਅਸੀਂ ਉਹ ਜ਼ਮੀਨਾਂ ਕਰ ਰਹੇ, ਉਹਨਾਂ ਦੀਆਂ ਕਰਕੇ ਰਜਿਸਟਰੀਆਂ ਤਿਆਰ ਕਰਕੇ ਉਹਨਾਂ ਦੀ ਸਨਦ ਬਣਾ ਕੇ ਉਹਨਾਂ ਨੂੰ ਦੇ ਰਹੇ। ਸਰ ਮਿਸ਼ਨ ਲਾਲ ਲਕੀਰ ਦਾ ਹਿੱਸਾ ਹੈ ਜੀ, ਜਿਹੜਾ ਮਿਸ਼ਨ ਲਾਲ ਲਕੀਰ ਦਾ ਹਿੱਸਾ ਹੈ। ਇਸ ਤਰ੍ਹਾਂ ਹੈ ਕਿ ਮਿਸ਼ਨ ਲਾਲ ਲਕੀਰ ਪਿੰਡਾਂ ਤੱਕ ਸੀਮਤ ਸੀ, ਅਸੀਂ ਅੱਜ ਸ਼ਹਿਰਾਂ ਤੱਕ ਵੀ ਇਹਨੂੰ ਕਰ ਰਹੇ। ਜਿਵੇਂ ਸੈਂਟਰ ਦੀ ਸਮਾਵਤ ਉਹ ਸਾਰੀ ਸਕੀਮ ਨੂੰ ਵਿੱਚ ਇਕੱਠੇ ਲੈ ਕੇ ਮੇਰਾ ਘਰ ਮੇਰਾ ਨਾਮ ਦੀ ਸਕੀਮ ਦੇ ਨਾਲ ਸ਼ਹਿਰਾਂ ਅਤੇ ਪਿੰਡਾਂ ਤੱਕ ਦੋਨਾਂ ਤੱਕ ਇਹਨੂੰ ਕਰ ਜਿੰਨੇ ਵੀ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, ਇਹ 66% ਆਬਾਦੀ ਪਿੰਡਾਂ ਦੇ ਵਿੱਚ ਰਹਿ ਰਹੀ ਹੈ। 66% ਜੋ ਜ਼ਿਆਦਾ 6-7% ਲਾਲ ਲਾਈਨ ਤੇ ਬਾਹਰ ਹੈ, ਬਾਕੀ ਸਾਰੇ ਅੰਦਰ ਹੀ ਰਹਿ ਰਹੇ। ਜਿਹੜੇ ਗਰੀਬ ਲੋਕ ਨੇ ਰਜਿਸਟਰੀ ਨਹੀਂ ਕਰਵਾ ਸਕਦੇ ਤੇ ਉਹਦਾ ਐਸੀ ਆਪ ਸਨਦਾਂ ਬਣਾ ਕੇ ਦੇਣੀ ਹੈ, ਕਰਾ ਕਿਉਂ ਨਹੀਂ ਸਕਦੇ? ਪੈਸੇ ਕੋਈ ਨਹੀਂ ਲੱਗਣੇ, ਸਨਦ ਬਣਾ ਕੇ ਪੈਸਾ ਕੋਈ ਨਹੀਂ ਲੱਗਣਾ ਹੈ। ਫ੍ਰੀ ਰਜਿਸਟਰੀ ਹੋਏਗੀ, ਥੋੜਾ ਕਲੀਅਰ ਕਰ ਦਿਓ। ਕੋਈ ਪੈਸੇ ਨਹੀਂ ਲੱਗਣੇ ਜੀ। ਐਸੀ ਡਰੋਨ ਦੇ ਨਾਲ ਜਿੱਥੇ ਜਿੱਥੇ ਉਹ ਬੈਠੇ ਉਹਨਾਂ ਦਾ ਨਕਸ਼ਾ ਤਿਆਰ ਕਰ ਦੇਣਾ ਹੈ। ਨਕਸ਼ਾ ਤਿਆਰ ਕਰਕੇ ਉਹਨਾਂ ਦੇ ਸਨਦਾਂ ਬਣਾ ਕੇ ਉਹਨਾਂ ਦੇ ਨਾਮ ਕਰ ਪ੍ਰਾਪਰਟੀ ਕਾਰਡ ਮਿਲਣਗੇ, ਪ੍ਰਾਪਰਟੀ ਦੀ ਸਨਦ ਬਣ ਕੇ ਉਹਨਾਂ ਦਾ ਸਨਦ ਮਤਲਬ ਸਰਟੀਫਿਕੇਟ ਰਜਿਸਟਰੀ ਉਹਨਾਂ ਦੀ ਪ੍ਰਾਪਰਟੀ ਦੀ। ਦੇਖੋ ਤੁਸੀਂ ਪਹਿਲਾਂ ਪਿੰਡ ਕੀਤੇ ਸੀ, ਮੁੜ ਕੇ ਸ਼ਹਿਰ ਕੀਤੇ, ਲੋਕਾਂ ਨੇ ਐਪਰੀਸ਼ੀਏਟ ਕੀਤਾ। ਉਸ ਤੋਂ ਬਾਅਦ ਇਹ ਦੱਸਣਾ ਕਿ ਜਿਹੜੀ ਤੁਸੀਂ ਲਾਟ ਮੋਡ ਉਸ ਤੋਂ ਬਾਅਦ ਹੋਏਗਾ, ਇੱਕ ਤਾਂ ਛੋਟੇ ਮੋਟੇ ਪਿੰਡਾਂ 'ਚ ਆਮ ਚਰਚਾ ਦਾ ਵਿਸ਼ਾ ਬਣਿਆ ਪਿਆ ਵੀ ਉਹ ਡਿਸਪਿਊਟ ਹੁੰਦੇ ਨੇ, ਬਿਲਕੁਲ ਪੰਚਾਇਤ ਨਾਲ ਹਲਕਾ ਮੁਲਕਾ ਇੱਥੇ ਡਿਸਪਿਊਟ ਵਾਸਤੇ ਡਿਸਟ੍ਰਿਕਟ ਲੈਵਲ ਦੀ ਕਮੇਟੀਆਂ ਬਣਾਉਣਗੇ ਤਾਂ ਕਿ ਲੋਕਾਂ ਨੂੰ ਆਲਰੇਡੀ ਬਣ ਗਿਆ ਜੀ। ਐਸਡੀਐਮ ਲੈਵਲ ਤੱਕ ਹੀ ਰੱਖਾਂਗੇ, ਜ਼ਿਆਦਾ ਡਿਸਟ੍ਰਿਕਟ ਲੈਵਲ ਤੱਕ ਨਹੀਂ ਹੈ। ਜੇ ਕਿਸੇ ਨੂੰ ਸਾਡਾ ਨਕਸ਼ਾ ਜਿਹੜਾ ਅਸੀਂ ਬਣਾਇਆ ਡਰੋਨ ਦੇ ਨਾਲ, ਜਿਹੜੀ ਅਸੀਂ ਸਨਦ ਦੇ ਰਹੇ, ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਉਹ 15 ਦਿਨਾਂ ਦੇ ਵਿੱਚ, ਪਹਿਲਾਂ ਇਹ 3 ਮਹੀਨੇ ਦੇ ਵਿੱਚ ਸੀ ਕਿ 3 ਮਹੀਨੇ 'ਚ ਦਰਖਾਸਤ ਦੇ ਸਕਦਾ, ਉਸ ਤੋਂ ਬਾਅਦ ਕਾਰਵਾਈ ਹੋਗੀ। ਹੁਣ ਅਸੀਂ ਇਹ ਕਿਹਾ ਕਿ ਐਸੀ ਇੱਕ ਨਕਸ਼ਾ ਲਾ ਦੇਣਾ ਹੈ, ਪਿੰਡ ਦੇ ਵਿੱਚ ਬਣਾ ਦੇਣਾ ਹੈ। ਜੇ ਕਿਸੇ ਨੂੰ ਸ਼ਿਕਾਇਤ ਹੈ ਤਾਂ 15 ਦਿਨਾਂ ਦੇ ਵਿੱਚ ਉਹ ਸ਼ਿਕਾਇਤ ਦੂਰ ਕਰ ਦੇ, ਆਪਣੇ ਉਹ ਦੇ ਦੇਵੇ ਆਬਜੈਕਸ਼ਨ। 15 ਦਿਨਾਂ ਬਾਅਦ ਆਬਜੈਕਸ਼ਨ ਜੇ ਕੋਈ ਨਹੀਂ ਆਉਂਦਾ ਤਾਂ ਅਸੀਂ ਅਗਲੇ ਦੇ ਨਾਮ ਕਰਦੇ ਹਾਂ। ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਿਵਾਦ ਆ ਉਹ ਪੰਚਾਇਤੀ ਜ਼ਮੀਨ ਦਾ ਹੈਗਾ। ਬਹੁਤ ਜ਼ਿਆਦਾ ਜਿਹੜੇ ਲੋਕਾਂ ਨੇ ਕਬਜ਼ੇ ਆ ਉਹ ਪੰਚਾਇਤੀ ਜ਼ਮੀਨਾਂ 'ਚ ਕੀਤੇ ਹੋਏ ਨੇ, ਉਹਨਾਂ ਦਾ ਜਿਹੜਾ ਪੰਚਾਇਤ ਦਾ ਝਗੜਾ ਚੱਲਦਾ ਉਹਨੂੰ ਕਿਵੇਂ ਨਿਬੇੜੋਗੇ? ਦੇਖੋ ਤੁਸੀਂ ਫੇਰ ਕਲੀਅਰ ਗੱਲ ਕਰ ਲਓ। ਲਾਲ ਡੋਰੇ ਦੇ ਅੰਦਰ ਪੰਚਾਇਤੀ ਜ਼ਮੀਨ, ਉਹ ਸਾਰਾ ਕੁਝ ਪੰਚਾਇਤ ਦਾ ਹੀ ਹੈ। ਪੰਚਾਇਤੀ ਜ਼ਮੀਨਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਲਾਲ ਡੋਰੇ ਦੇ ਬਾਹਰ ਨੰਬਰ ਵਾਲੀਆਂ, ਉਹਨਾਂ ਦਾ ਕੋਈ ਝਗੜਾ ਨਹੀਂ। ਟੋਬਿਆਂ ਪਰ ਜਿਹੜੀਆਂ ਜਿੱਥੇ ਟੋਬਿਆਂ ਪਰ ਬਹੁਤ ਲੋਕਾਂ ਦੇ ਘਰ ਬਣੇ, ਟੋਬਿਆਂ ਪਰ ਜਿਹੜੇ ਆ ਉਹ ਡਰੋਨ ਸਿਸਟਮ ਦੇ ਨਾਲ ਪੰਚਾਇਤ ਦੱਸੇਗੀ ਸਾਡਾ ਟੋਬਾ ਕਿੱਥੇ ਤੱਕ ਹੈ, ਉੱਥੇ ਤੱਕ ਉਹਨੂੰ ਈਅਰਮਾਰਕ ਕਰ ਦਿੱਤਾ ਜਾਏਗਾ। ਬਜਟ ਰੱਖ ਲਿਆ ਵੀ ਕੋਈ ਹਰ ਤਰ੍ਹਾਂ ਦਾ ਇੰਤਜ਼ਾਮ ਹੈ, ਬਜਟ ਹੈ, ਸਭ ਕੁਝ ਹੈ। ਇਹਦੇ ਵਿੱਚ ਇੱਕ ਗੱਲ ਹੈਗੀ ਹੈ ਕਿ ਐਨਆਰਆਈ ਜਿਹੜੇ ਭਰਾ ਆ, ਇੱਕ ਤਾਂ ਮੈਂ ਤੁਹਾਨੂੰ ਦੱਸਦਾ ਅਸੀਂ ਬੜੀ ਛੇਤੀ ਉਹਨਾਂ ਦੀ ਪ੍ਰਾਪਰਟੀਆਂ ਦੀ ਰਖਵਾਲੀ ਵਾਸਤੇ ਇੱਕ ਐਕਟ ਲੈ ਕੇ ਆ ਰਹੇ। ਉਹ ਆਉਣ ਵਾਲੇ ਜਦੋਂ ਵੀ ਸੈਸ਼ਨ ਅਸੀਂ ਹੋਏਗਾ ਤਾਂ ਉਹਦੇ 'ਚ ਆਏਗਾ। ਦੂਸਰਾ, ਐਨਆਰਆਈ ਦੀ ਪ੍ਰਾਪਰਟੀ ਜਿਹੜੀ ਹੈ ਗਰਦੌਰੀ ਦੇ ਵਿੱਚ ਉਹਦਾ ਨਾਮ ਚੜ ਜਾਏਗਾ ਫਰਦ ਦੇ ਵਿੱਚ ਕਿ ਇਹ ਐਨਆਰਆਈ ਦੀ ਪ੍ਰਾਪਰਟੀ ਹੈ, ਉਹਨੂੰ ਛੇੜਿਆ ਨਹੀਂ ਜਾ ਸਕੇਗਾ। ਉਹਦੀ ਕੰਸੈਂਟ ਤੋਂ ਬਿਨਾਂ ਉਹਦੀ ਗਰਦੌਰੀ ਚੇਂਜ ਨਹੀਂ ਹੋ ਸਕਦੀ। ਇੱਕ ਅਸੀਂ ਐਕਟ ਵੀ ਇਹਦੇ ਬਾਰੇ ਲੈ ਕੇ ਆ ਰਹੇ। ਦੂਸਰਾ, ਪਿੰਡ ਦੇ ਵਿੱਚ ਜੇ ਐਨਆਰਆਈ ਦਾ ਘਰ ਹੈ, ਉਹ ਵੀ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇੱਕ ਐਡ ਭੇਜ ਰਹੇ ਹਾਂ ਕਿ ਜੀ ਹੁਣ ਡਰੋਨ ਦੇ ਨਾਲ ਇਹ ਸਿਸਟਮ ਚੱਲਿਆ, ਮੇਰਾ ਘਰ ਮੇਰੇ ਨਾਮ ਜਿਹੜੀ ਸਕੀਮ ਚੱਲੀ, ਇਹਦੇ ਤਹਿਤ ਹੁਣ ਅਸੀਂ ਸਰਟੀਫਿਕੇਟ ਬਣਾਉਣੇ ਹੈ। ਤੁਹਾਨੂੰ ਜੇ ਆਬਜੈਕਸ਼ਨ ਹੈ ਤਾਂ 15 ਦਿਨਾਂ ਦੇ ਵਿੱਚ ਕਰੋ, ਫੇਰ ਵੀ ਅਸੀਂ ਐਨਆਰਆਈ ਨੂੰ ਇਸ ਤੋਂ ਜ਼ਿਆਦਾ ਟਾਈਮ ਨਹੀਂ ਕਰਾਂਗੇ। ਜਿਹੜੀਆਂ ਏਜੰਸੀਆਂ ਹੈਗੀਆਂ ਨੇ ਜਿਹੜੀਆਂ ਪਹਿਲਾਂ ਹੀ ਲੱਗੀ ਹੋਈ ਹੈ, ਸੈਂਟਰਲ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦਾ ਇਹ ਮਿਕਸਚਰ ਕਹਿ ਰਿਹਾ। ਦੇਖੋ ਅਸਲੀ ਤਾਂ ਸਟੇਟ ਨੇ ਇੰਪਲੀਮੈਂਟ ਕਰਨੀਆਂ ਹੁੰਦੀਆਂ, ਚਾਹੇ ਸੈਂਟਰ ਦੀ ਵੀ ਸਕੀਮ ਹੋਵੇ। ਅਸਲ ਦੇ ਵਿੱਚ ਉਹ ਸ਼ਹਿਰਾਂ ਤੱਕ ਸੀਮਤ ਨਹੀਂ ਸੀ, ਉਹ ਪਿੰਡਾਂ ਤੱਕ ਸੀਮਤ ਸੀ। ਸ਼ਹਿਰਾਂ ਵਿੱਚ ਵੀ ਅਸੀਂ ਕਰ ਦਿੱਤੀ ਹੈ। ਅਸੀਂ ਇਹਨੂੰ ਹੋਰ ਮੋਡੀਫਾਈ ਕੀਤਾ ਹੈ, 15 ਦਿਨਾਂ ਤੱਕ ਲਿਆਏ ਆ। ਅਸੀਂ ਇਹ 3 ਮਹੀਨੇ ਦੇ ਵਿੱਚ ਕੰਮ ਨਿਬੇੜਨਾ ਚਾਹੁੰਦੇ। ਇੱਕ ਅਗਲੀ ਗੱਲ ਮੈਂ ਹੋਰ ਕਲੀਅਰ ਕਰ ਦੇਵਾਂ ਕਿ ਅਸੀਂ ਪਿੰਡਾਂ ਦੇ ਵਿੱਚ ਬਿਜਲੀ ਦੇ ਜਿਹੜੇ 2 ਕਿਲੋਵਾਟ ਤੱਕ ਦੇ ਬਿੱਲ ਮਾਫ ਕੀਤੇ ਆ, ਬਕਾਏ ਮਾਫ ਕੀਤੇ ਆ। ਉਹਦੇ ਵਿੱਚ ਕਨਫਿਊਜ਼ਨ ਹੈ ਲੋਕਾਂ ਨੂੰ। ਇਹ 2 ਕਿਲੋਵਾਟ ਤੱਕ ਚਾਹੇ ਜਿਸ ਦਾ ਵੀ ਕਨੈਕਸ਼ਨ ਹੈਗਾ
ਉਹਦੇ ਸਭ ਦੇ ਬਕਾਏ ਮਾਫ ਹੋਏ ਆ ਸਰ ਕੱਟ ਆਫ ਡੇਟ ਚਾਹੇ ਉਹ ਕਿਸੇ ਵੀ ਜਾਤੀ ਦੇ ਨਾਲ ਸੰਬੰਧਿਤ ਹੈ। ਇਹਦੇ ਵਿੱਚ ਜਾਤ ਬਰਾਦਰੀ ਹੈ ਧਰਮ ਦਾ ਕੋਈ ਉਹ ਨਹੀਂ ਹੈ। ਜਿਹੜਾ ਗਰੀਬ ਹੈ ਉਹ ਗਰੀਬ ਹੈ ਚਾਹੇ ਉਹ ਕਿਸੇ ਜਾਤ ਦਾ ਹੈ। ਜਿਹਦੇ ਪਾਸ ਛੋਟਾ ਜਿਹੜਾ ਖਪਤਕਾਰ ਹੈ 2 ਕਿਲੋਵਾਟ ਤੱਕ ਦਾ ਉਹ ਕਿਸੇ ਵੀ ਬਰਾਦਰੀ ਦਾ ਹੈ ਕਿਸੇ ਵੀ ਧਰਮ ਦਾ ਹੈ ਉਹ ਸਭ ਦੇ ਹੋਏ ਹੈ। ਇਹਦੇ ਵਿੱਚ 52 ਲੱਖ ਪਰਿਵਾਰ ਆਏ ਹੈ ਟੋਟਲ 72 ਲੱਖ ਪਰਿਵਾਰਾਂ ਚੋਂ ਜਿਹਨਾਂ ਨੂੰ ਇਹ ਲਾਭ ਮਿਲਣਾ ਹੈ। ਜਨੀ ਸਾਹਿਬ ਜਿਹੜੇ ਨੋਟੀਫਿਕੇਸ਼ਨ ਨਹੀਂ ਹੋਇਆ ਉਹ ਕਦੋਂ ਤੱਕ ਹੋ ਜਾਏਗਾ? ਨੋਟੀਫਿਕੇਸ਼ਨ ਅਸੀਂ ਕਰ ਰਹੇ ਹਾਂ। ਸਾਡਾ ਇੱਕ ਫਾਰਮ ਬਣ ਗਿਆ ਹੈ। ਉਹ ਫਾਰਮ 2 ਕਿਲੋਵਾਟ ਤੱਕ ਵਾਲੇ ਲੋਕ ਭਰਨਗੇ ਜਿਨ੍ਹਾਂ ਦਾ ਬਕਾਇਆ ਮਾਫ ਹੋਣਾ ਹੈ। ਉਹਨਾਂ ਦਾ ਪੁਰਾਣਾ ਬਕਾਇਆ ਜਿਹੜਾ ਪਿਛਲੇ ਬਿੱਲ ਦੇ ਵਿੱਚ ਆਇਆ ਵਾ ਫਿਰ ਕਲੀਅਰ ਕਰਨ ਮੈਂ ਡੇਟ ਪੁੱਛ ਰਿਹਾ ਜਿਹੜਾ ਇਸ ਤੋਂ ਪਿਛਲਾ ਬਿੱਲ ਉਹਨਾਂ ਕੋਲ ਆ ਚੁੱਕਿਆ ਜਿਹੜਾ ਉਹਦੇ ਵਿੱਚ ਬਕਾਇਆ ਆਇਆ ਐਸੀ ਉਹ ਮਾਫ ਕਰ ब्यूरोक्रेसी अक्सर एक गल चल रही है कि तुसी फैसले बहुत वधिया ले रहे सब कुछ है और काफी थोड़ा उच्चा हो रहा है लेकिन गल है कि जी ब्यूरोक्रेसी है उसके प्रति कितना कितने इंप्लीमेंटेशन करने वास्ते जी अड़िका आता है तुसी इनू कोई मैकेनिज्म पूरा मजबूत करने वास्ते ताकि ब्यूरोक्रेसी हावी ना रहे जो अक्सर आरोप लगते हैं जो चलता पे जिवें कुछ लोग नहीं रहना ऐसी मैं 3 बार MC बने हैं ਮੈਨੂੰ ਪਤਾ ਹੈ ਵੀ ਕਿਸ ਤਰ੍ਹਾਂ ਬਿਜਲੀ ਦੀ ਮੈਂ ਆਪ ਪੌੜੀ ਲੈ ਕੇ ਟਿਊਬਾਂ ਲਗਾਉਂਦਾ ਰਿਹਾ ਪਿੰਡ ਆਪਣੇ ਗਲੀਆਂ ਦੇ ਵਿੱਚ ਜਿਹੜੀ ਵਾਰਡ ਦਾ ਮੈਂ MC ਸੀ ਤੇ ਮੈਨੂੰ ਪਤਾ ਕਿ ਕਿਸ ਤਰ੍ਹਾਂ ਸਫਾਈ ਕਰਾਉਣੀ ਹੈ ਸ਼ਹਿਰ ਦੇ ਵਿੱਚ ਮੈਨੂੰ ਪਤਾ ਕਿਸ ਤਰ੍ਹਾਂ ਨਾਲੀ ਬੰਦ ਕਰਨੀ ਹੈ ਮੈਨੂੰ ਪਤਾ ਕਿ ਕਿਹੜੇ ਕਿਹੜੇ ਕੰਮ ਜ਼ਰੂਰਤ ਹੈ ਕਿਉਂਕਿ ਮੈਨੂੰ ਇਹ ਮੈਂ ਆਪ ਆਪਣੇ ਪਿੰਡੇ ਤੇ ਹਟਾਏ ਹੋਏ ਇਸ ਕਰਕੇ ਤੁਸੀਂ ਫਿਕਰ ਨਾ ਕਰੋ ਬਿਊਰੋਕ੍ਰੇਸੀ ਤੇ ਮੈਨੂੰ ਕੰਮ ਲੈਣਾ ਹੁੰਦਾ ਲਵਾਂਗੇ। ਲਖੀਮਪੁਰ ਖੇੜੀ ਹਿੰਸਾ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਨਿਆਂ ਲਈ ਵਿਰੋਧ ਪ੍ਰਦਰਸ਼ਨ पंचायत किसानों की मजदूरों की इसमें ये विरोधी सरकार जो उत्तर प्रदेश और भारत सरकार जो बैठी हुई है इसी के विरोध में जो तीनों काले कानून ले आई है उसी के परिप्रेक्ष्य में पंचायत चल रही है। अभी हाल में ही आपने देखा होगा कि लखीमपुर में किस तरीके से किसानों के साथ बर्बरता हुई है उसके विरोध में किसान अब जाग चुका है। अब किसान सहने वाला नहीं अब अपनी हक की लड़ाई के लिए प्रेरित हो चुका है। वो अपनी हक की लड़ाई को जानता है किस तरीके से हमें हक अपना लड़ करके लेना है उसी के खिलाफ ये मोर्चा चल रहा है। मैं भारतीय किसान यूनियन का वरिष्ठ उपाध्यक्ष संजय यादव गांधी। शंकरगढ़ क्षेत्र में जो किसान मजदूर पंचायत हो रही है उसमें बहुत से हमारे दूर दूर से नेता स्थानीय स्तर से बहुत से पहुंची और ये मुख्य विषय यही है कि आज देश में जो सरकार है जो सत्ता है जिन हाथों में वो लोकतांत्रिक तरीके से चुनी तो गई लेकिन उसकी कार्यशैली लोकतांत्रिक नहीं है। चाहे वो लखीमपुर खीरी का कांड हो जिसमें 4 किसानों के साथ साथ हमारा एक पत्रकार भाई नोट कश्यप भी शहीद हुआ है। इसके साथ ही अगर आप इसके साथ घटना जोड़ें तो कुछ दिन पहले पुलिस ने एक व्यापारी को भी मार दिया और उधर आतंकवादियों ने जम्मू में कुछ लोगों को मार दिया। यानी आज की तारीख में सरकार में पुलिस में और आतंकवादियों में कोई फर्क रहा नहीं। कैसा व्यवहार आम जनमानस के साथ आज कर रहे हैं। आज इस पंचायत के माध्यम से हम यही जागरूकता लोगों में लाना चाहते हैं कि हमारी एकजुटता हमारी जागरूकता हमारा भाईचारा सरकार के खिलाफ जो है खड़ा होगा तभी ये सरकार समझेगी कि हम जिनसे चुनकर के आए हैं हम अगर उनकी बात नहीं सुनते हैं गरीबों की मजदूरों की तो हमें सत्ता में रहने का अधिकार भी नहीं और ये लोग हमें सत्ता में रहने भी नहीं देंगे। ऐसा संदेश आज की इस माध्यम से देना चाहते हैं। किसान मजदूर महापंचायत में प्रगतिशील महिला संगठन दिल्ली की ओर से मैं भाग लेने आई हूँ। हम ये बात आज इस पंचायत के माध्यम से रखना चाहती है कि योगी की सरकार भारत की केंद्र सरकार मोदी साहब की सरकार भारत की जनता के ऊपर कंपनी राज को थोपना बंद करे। हम ये भी कहना चाहते हैं कि लखीमपुर खीरी में किसानों के हत्यारों को सभी हत्यारों को क्यों अभी तक गिरफ्तार नहीं किया गया है। केंद्रीय गृह राज्य मंत्री श्रीमान अजय मिश्रा को अविलंब गिरफ्तार किया जाए उन्हें उनके पद से तुरंत हटाया जाए। ये लोग जिन्होंने लड़ते हुए
शांतिपूर्ण प्रदर्शन करते हुए किसानों पर गाड़ी चढ़ाकर भारत के अंदर अंग्रेजों द्वारा किए गए जलियांवाला बाग कांड की याद दिलाई है। क्यों अपने आप को ये राष्ट्रभक्त कहने वाली सरकार इस तरह के लोगों को, जिन्होंने खुलेआम शांतिपूर्ण प्रदर्शन करने वाले किसानों की हत्या की है, क्यों उन हत्यारों को खुलेआम छोड़ा जा रहा है? आज हम कहना चाहते हैं कि ये जो कंपनी राज की नीतियां, ये 3 कृषि कानूनों के द्वारा लीगल MSP का लीगल गारंटी न किए जाने का जो ये सवाल है, और बिजली बिल 2021 है, ये तीनों सवाल जिनके खिलाफ पिछले 10 महीनों से भारत के किसान लड़ रहे हैं, हम उसको पूरा समर्थन करते हैं। इलाहाबाद के शंकरगढ़ इलाके के उड़गी गांव में मजदूरों की पंचायत आयोजित हुई है उनके जीविका के सवाल पर। इस तरह से देश भर के किसान संयुक्त किसान मोर्चा के नेतृत्व में 3 कानूनों के खिलाफ लड़ रहे हैं, जिसमें उन्हें डर है कि उनकी खेती चली जाएगी, लागत के दाम बढ़ जाएंगे, मंडियां कंपनियों के हवाले हो जाएंगी और पूरी राशन व्यवस्था, सरकारी खरीद और राशन व्यवस्था चौपट हो जाएगी। उसी तरह से ये मजदूर बहुत लंबे समय से अपनी जीविका की रक्षा के लिए लड़ते रहे हैं। इस इलाके में ये पत्थर तोड़ के मिट्टी बेचते रहे हैं, ये सिलिका सैंड निकालकर जो शीशा बनाने के काम आती है उसको जो है बेचते रहे हैं, और नदी से जो है जमुना नदी से बालू निकालकर, बोट से बालू निकालकर जो है ये बेचते रहे हैं। लेकिन इन सारे कामों पर बीजेपी गवर्नमेंट ने रोक लगा दिया है। पर्यावरण के रक्षा के नाम पर नाव से खनन रोक दिया है, पत्थर की ब्लास्टिंग रोक दी है, लेकिन ये अनुमति उसने, यही काम करने की अनुमति उसने जो है बड़े बड़े माफिया और बड़े बड़े ठेकेदारों को दे दी है। वो बहुत बड़ी बड़ी ब्लास्टिंग करके गिट्टी और पत्थर निकालते हैं, वो बहुत बड़े बड़े JCB लोडरों से नदी के घाट काट कर जो है बालू निकालकर बेच रहे हैं, जिससे जो है नदी के पर्यावरण और पारिस्थितिकी को भी नुकसान पहुंच रहा है और लाख मजदूरों का रोजगार यहाँ से छिन गया है। आज कोरोना दौर में जब ये मजदूर देश और प्रदेश के अंदर जो है मजदूरी करते हुए इनको मजबूर होकर लौटना पड़ा है, यहाँ पे रोजगार समाप्त हो चुका है। इसकी रक्षा के लिए ये जो है यहाँ पर इकट्ठे हुए हैं और इनका ये आंदोलन आज देश भर के संयुक्त किसान मोर्चे के इस आंदोलन के साथ जुड़ रहा है, जहाँ किसान और गरीब मजदूर जुड़कर जो इस लड़ाई को लड़ेंगे। इंकलाब जिंदाबाद। मैं डॉक्टर आशीष मित्तल, महासचिव अखिल भारतीय किसान मजदूर सभा। हमें बहुत खुशी है कि इस आयोजन में संयुक्त किसान मोर्चा के वरिष्ठ नेता भी आए हुए हैं। एयर इंडिया ਤੇ ਸਰਕਾਰ ਨੇ ਲਿਆ ਵੱਡਾ फैसला, जिथे जरूरत नहीं ਉੱਥੇ सरकारी कंट्रोल करांगे खत्म, PM मोदी। आपके प्लान्स, आपके विजन को सुनकर, आप सभी का जोश देखकर मेरा उत्साह भी और बढ़ गया है। साथियों, आज देश के 2 महान सपूतों भारत रत्न श्री जयप्रकाश नारायण जी और भारत रत्न श्री नानाजी देशमुख की जन्म जयंती भी है। आजादी के बाद के भारत को दिशा देने में इन दोनों महान व्यक्तित्वों की बहुत बड़ी भूमिका रही है। सबको साथ लेकर, सबके प्रयास से राष्ट्र में कैसे बड़े बड़े परिवर्तन आते हैं, इनका जीवन दर्शन हमें आज भी इसकी प्रेरणा देता है। मैं जयप्रकाश नारायण जी और नानाजी देशमुख जी को नमन करता हूं, अपनी श्रद्धांजलि देता हूं। साथियों, 21वीं सदी का भारत आज जिस अप्रोच के साथ आगे बढ़ रहा है, जो रिफॉर्म्स कर रहा है, उसका आधार है भारत के सामर्थ्य पर अटूट विश्वास। भारत का सामर्थ्य दुनिया के सभी देश से जरा भी कम नहीं है। इस सामर्थ्य के आगे आने वाली हर रुकावट को दूर करना हमारी सरकार का दायित्व है और इसके लिए सरकार कोई कोर कसर बाकी नहीं छोड़ रही। साथियों, आज 11 अक्टूबर को इंटरनेशनल डे ऑफ द गर्ल चाइल्ड भी होता है। हम में से कौन भूल सकता है भारत के मार्स मिशन की वो तस्वीरें
जब भारत की महिला वैज्ञानिक इस मिशन की सफलता का जश्न मना रही थी। मुझे विश्वास है स्पेस सेक्टर में हो रहे रिफॉर्म इस क्षेत्र में विमेन पार्टिसिपेशन को और ज्यादा बढ़ाएंगे। साथियों, आज यहां आप सभी साथियों के ने अन्य बातों को लेकर भी अपने सुझाव दिए हैं। आपके इनपुट्स और सजेशंस ऐसे समय में आए हैं जब स्पेस कॉम पॉलिसी और रिमोट सेंसिंग पॉलिसी को फाइनलाइज करने का काम आखिरी चरण में है। मुझे विश्वास है कि सभी स्टेक होल्डर्स के एक्टिव एंगेजमेंट से देश को एक बेहतर पॉलिसी बहुत जल्द ही मिलेगी। साथियों, आज हम जो निर्णय लेंगे, जो नीतिगत सुधार करेंगे, उनका प्रभाव आने वाली पीढ़ियों पर पड़ेगा, आने वाले 25 वर्षों पर पड़ेगा। हमने देखा है कि 20वीं सदी में स्पेस और स्पेस पर राज करने की प्रवृत्ति ने दुनिया के देशों को किस तरह विभाजित किया। अब 21वीं सदी में स्पेस दुनिया को जोड़ने में, यूनाइट करने में अहम भूमिका निभाए, ये भारत को सुनिश्चित करना होगा। जब भारत अपनी आजादी के 100 वर्ष मनाएगा तो भारत जिस ऊंचाई पर होगा उसमें आप सभी का, हम सभी का योगदान महत्वपूर्ण होगा। इस एहसास, इस दायित्व बोध, सेंस ऑफ रिस्पॉन्सिबिलिटी के साथ ही हमें आगे बढ़ना है। सबके प्रयास से ही जनहित और राष्ट्रहित में कटिंग एज टेक्नोलॉजी के लिए अंतरिक्ष की असीम संभावनाओं को हम नए आकाश तक लेकर जाएंगे। इसी विश्वास के साथ आपको बहुत बहुत शुभकामनाएं। धन्यवाद। आम आदमी पार्टी ने चंडीगढ़ तो की थी प्रेस कॉन्फ्रेंस लाइव। कल दिल्ली के मुख्यमंत्री, आम आदमी पार्टी के नेशनल कन्वीनर श्री अरविंद केजरीवाल जी पंजाब आ रहे हैं। जालंधर में स्थित विश्व प्रसिद्ध, केवल भारत में ही नहीं, एक ऐसा मंदिर जिसकी मान्यता पूरी दुनिया में है, श्री देवी तालाब मंदिर में अपनी हाजिरी लगाने, जगराते में अपनी हाजिरी लगाने, मां के दरबार में प्रार्थना करने और माता रानी का आशीर्वाद लेने अरविंद केजरीवाल जी कल जालंधर आ रहे हैं। देवी तालाब मंदिर के बारे में आप सब जानते हैं, 51 शक्तिपीठों में से एक हमारा देवी तालाब मंदिर, जिसकी मान्यता जग जाहिर है। और माता रानी के उस दरबार में जिस भी श्रद्धालु ने, भक्त ने जो अरदास करी, जो मांगा, वो मिला। दिल्ली के मुख्यमंत्री अरविंद केजरीवाल जी कल शाम 6 बजे जालंधर में स्थित विश्व प्रसिद्ध श्री देवी तालाब मंदिर आएंगे और मां के दरबार में अरदास करेंगे, प्रार्थना करेंगे एक खुशहाल पंजाब के लिए, एक ऐसा पंजाब जिसमें आपसी भाईचारा हो, प्यार हो, अमन हो, शांति हो। एक ऐसे पंजाब, एक रंगले पंजाब का सपना लेकर, आपसी भाईचारे और प्यार का पैगाम लेकर मां के दरबार में अपना शीश झुकाकर माता रानी से आशीर्वाद लेंगे, पंजाब की खुशहाली के लिए, अमन, प्यार, शांति के लिए प्रार्थना करेंगे। आप सब जानते हैं कि मां त्रिपुर मालिनी का धाम कहलाए जाने वाला श्री देवी तालाब मंदिर 51 शक्तिपीठों में से एक है। और कल सीएम साहब इस नवरात्रों के हफ्ते में 9 दिनों का जो हमारा नवरात्रों का त्योहार चल रहा है, इस त्योहार में, इस शुभ घड़ी में माता रानी के दरबार में जाकर अपना शीश झुकाएंगे, मत्था टेकेंगे। आम आदमी पार्टी पूरी तरीके से माननीय मुख्यमंत्री अरविंद केजरीवाल जी, आम आदमी पार्टी के राष्ट्रीय संयोजक अरविंद केजरीवाल जी का स्वागत करने के लिए पूरी तरीके से मौजूद रहेगी।
और मुख्यमंत्री अरविंद केजरीवाल जी एक बार फिर से पंजाब की धरती पर आएंगे, जालंधर आएंगे और जालंधर में स्थित देवी तालाब मंदिर में अपना शीश झुकाएंगे। कोई सवाल इस विजिट से? 1.5 दिन का दौरा, 2 दिन का दौरा है। 12 तारीख को आएंगे, 12 तारीख दोपहर में वो पंजाब आएंगे, शाम को देवी तालाब मंदिर जाकर मत्था टेकेंगे और अगले दिन दोपहर में वापस चले जाएंगे। कोई पॉलिटिकल और कोई कार्यक्रम तो नहीं है? और कोई भी अगर कार्यक्रम होगा उसकी सूचना आपको दी जाएगी, लेकिन मुख्य तौर पर माननीय मुख्यमंत्री जी मां के दरबार में अपनी हाजिरी लगाने, शीश झुकाने और पंजाब की अमन, प्यार, शांति और भाईचारा, आपसी प्यार का एक भाव लेकर, एक अरदास लेकर मां के दरबार में अपनी प्रार्थना करेंगे, अरदास करेंगे। और मैं लेकर जाऊंगा प्रोग्राम भी दस्या जा रहा है जलंधर च, उसके साथ मीटिंग भी उसके साथ साथ अगर कोई और प्रोग्राम ऐड किया जाएगा तो उसका शेड्यूल आपको हम समय से दे देंगे। अभी तक नहीं। अभी के लिए सीएम साहब का देवी तालाब मंदिर जाकर मां के दरबार में जागरण में हिस्सा लेकर मां के दरबार में अपना शीश झुकाकर प्रार्थना करना और माता रानी से आशीर्वाद लेने का कार्यक्रम है। इसके अलावा और भी जो कार्यक्रम जोड़े जा रहे हैं उसकी सूचना मैं आपको दूंगा। एक आधा इवेंट हो सकता है, नहीं हो सकता है, मैं भी उसकी औपचारिक जानकारी आपको समय से मिलेगी। मुख्य तौर पर जो विजिट है, जो सीएम साहब जालंधर आ रहे हैं, हमारे पंजाब आ रहे हैं, वो मां देवी तालाब मंदिर के में अपनी हाजिरी लगाने, दरबार में शीश झुकाने, मत्था टेकने आ रहे हैं। राघव जी, पंजाब ते दिल्ली दे विच कोयले दा संकट हैगा, की कहना चाहोगे, किस तरीके नाल देख रहे हो? नहीं, देखिए, कोयले का संकट तो सेंट्रल गवर्नमेंट ने पैदा किया है। केंद्र में बैठी भाजपा सरकार ने ये कोयले का संकट पैदा किया। पहले तो कोयले का संकट नहीं था। और दिल्ली में तो संकट है ही है, पंजाब में और भारी संकट है। दिल्ली में तो जब केजरीवाल जी की सरकार बनी थी आज से 7 साल पहले, तब 8-8, 10-10 घंटे के पावर कट लगा करते थे। 2 साल के अंदर अरविंद केजरीवाल जी ने वो पावर कट बंद किए और 24 घंटे दिल्ली वालों को बिजली दी। दिल्ली में बिजली की दिक्कत नहीं आने दी केजरीवाल जी ने। लेकिन पंजाब सूबा हमारा एक ऐसा सूबा जो बिजली सरप्लस स्टेट है, जहां बिजली बनाई जाती है, उत्पादन है, मैन्युफैक्चरिंग है बिजली की, दिल्ली में नहीं है, पंजाब में है। एक्सेस बिजली मौजूद है, फिर भी पावर कट लगते हैं। निकम्मी सरकार कांग्रेस की लोगों को बिजली नहीं दे पाती है और ऊपर से अब ये कोयले की परेशानी आ गई और समस्या, करेला ऊपर से नीम चढ़ा। राघव जी, 18 ਤੋਂ 30 ਦਿਨ ਦਾ ਸਮਾਂ ਹੁੰਦਾ ਹੈਗਾ ਜੇ ਕੋਲਾ ਭੰਡਾਰ ਕਰਕੇ ਰੱਖਣਾ, ਤੇ ਤੁਹਾਨੂੰ ਲੱਗਦਾ ਨਹੀਂ ਕਿ ਦਿੱਲੀ ਦੀ ਜਿਹੜੀ ਬਿਜਲੀ ਕੰਪਨੀਆਂ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਤੁਹਾਨੂੰ ਧੋਖਾ ਦਿੱਤਾ ਹੈ? केंद्र सरकार कोयले का पूरा मिसमैनेजमेंट करती है और केवल दिल्ली की समस्या नहीं है ये, उत्तर प्रदेश में कोयले की कमी हो गई, दिल्ली की बिजली पे फर्क पड़ेगा, हरियाणा में पड़ेगा, राजस्थान में पड़ेगा, कम से कम नहीं तो कम से कम इस देश के 1 दर्जन सूबों में बिजली संकट लोगों के सरों पे मंडरा रहा है, क्योंकि केंद्र सरकार ने कोयले की मिसमैनेजमेंट की। सर, कल अरविंद केजरीवाल जी पंजाब आ रहे हैं, दूसरे पास से पंजाब के ट्रांसपोर्ट मंत्री ने चिट्ठी लिखी है कि अरविंद केजरीवाल तो मिलने नहीं समा चाहिए, क्योंकि पंजाब दी बसां जिहड़ियां वो दिल्ली एयरपोर्ट तक नहीं पहुंच रही। मैं कल कोशिश करोगे कि राजा वड़िंग नूं घट्टो घट्ट नेड़े आए ने मतलब चीमा साहब उसका जवाब दोनों ही आप कोई भी दे दो। चीमा, देखो, 4.5 साल कांग्रेस पार्टी ने ਜਿਹੜਾ ਮਾਫੀਆ ਰਾਜ ट्रांसपोर्ट ਦਾ ਮਾਫੀਆ ਸ਼੍ਰੋਮਣੀ ਅਕਾਲੀ ਦਲ बीजेपी ਨੇ ਪੈਦਾ ਕੀਤਾ ਸੀਗਾ, ਉਸ ਮਾਫੀਏ ਨੂੰ ਇਹਨਾਂ ਦੇ ਸਾਬਕਾ ਮੰਤਰੀ, ਮੌਜੂਦਾ ਮੰਤਰੀ ਜਿਹੜੇ ਕਿ ਹੁਣ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਨੇ, 4.5 ਸਾਲ ਰੱਜ ਕੇ ਜਿਹੜਾ ਹੈਗਾ ਮਾਫੀਆ ਪੰਜਾਬ ਚਲਾਇਆ। ਅਰਣਾ ਚੌਧਰੀ ਜੀ, ਰਜੀਆ ਸੁਲਤਾਨਾ ਜੀ ਸਾਬਕਾ ਜਿਹੜੇ ਟਰਾਂਸਪੋਰਟ ਦੇ ਮੰਤਰੀ ਰਹੇ ਨੇਗੇ। ਅੱਜ ਦੀ ਜਿਹੜੀ ਕਾਰਵਾਈ ਆ, ਜਿਹੜੀ ਮੈਂ ਸਮਝਦਾ ਲਿਪਾ ਪੋਚੀ ਰਾਜਾ ਸਾਹਿਬ ਨੇ ਕੀਤੀ ਆ, ਵੜਿੰਗ ਸਾਹਿਬ ਨੇ ਕੀਤੀ ਆ, 20-25 ਬੱਸਾਂ ਫੜ ਕੇ ਕਹਿੰਦਾ ਕਿ ਮੈਂ ਹੀਰੋ ਬਣ ਗਿਆ। ਪੰਜਾਬ ਵਿੱਚ ਹਜ਼ਾਰਾਂ ਹੀ ਬੱਸਾਂ, ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਕੋਈ 25-30 ਜਾਂ 50 ਬੱਸਾਂ ਨਹੀਂ ਹੈਗੀਆਂ, ਪੰਜਾਬ ਵਿੱਚ ਹਜ਼ਾਰਾਂ ਹੀ ਬੱਸਾਂ ਅੱਜ ਵੀ ਰੋਡਾਂ ਦੇ ਉੱਤੇ ਬਗੈਰ ਪਰਮਿਟ ਘੁੰਮ ਰਹੀਆਂ ਨੇਗੀਆਂ। ਔਰ ਰਾਜਾ ਜੀ 4 ਬੱਸਾਂ ਫੜ ਕੇ ਹੀਰੋ ਬਣਨ ਨੂੰ ਫਿਰਦੇ ਨੇਗੇ। ਸੋ ਉਹ ਜਿਹੜੀਆਂ ਗੱਲਾਂ ਕਰਦੇ ਨੇ ਬਿਲਕੁਲ ਝੂਠ ਦਾ ਪਲੰਦਾ ਗਾ। ਕਈ ਵਾਰ ਪੰਜਾਬ ਦੀ ਵਿਧਾਨ ਸਭਾ ਤੁਸੀਂ ਵੀ ਦੇਖਿਆ ਹੋਣਾ, ਅਸੀਂ ਉਹਨਾਂ ਨੂੰ ਬਾਰ-ਬਾਰ ਕਿਹਾਗਾ ਕਿ ਆਓ ਸਾਡੇ ਨਾਲ ਗੱਲ ਕਰੋ, ਉਹ ਸਿਰਫ ਚਿੱਠੀਆਂ ਲਿਖਣ ਤੱਕ ਸੀਮਤ ਨੇਗੇ। ਅਸਲੀਅਤ ਉਹਨਾਂ ਨੂੰ ਵੀ ਪਤਾ ਕਿ ਉਹ ਰਾਜਨੀਤੀ ਕਰਦੇ ਨੇ, ਕਿਉਂਕਿ ਮਾਫੀਆ ਜਿਹੜਾ ਹੈਗਾ
ਉਹ ਖੁਦ ਚਲਾ ਰਹੇ ਨੇ। ਪਹਿਲਾਂ ਸੁਖਬੀਰ ਸਿੰਘ ਬਾਦਲ ਚਲਾਉਂਦਾ ਸੀਗਾ, ਅੱਜ ਕਾਂਗਰਸ ਪਾਰਟੀ ਚਲਾ ਰਹੀ ਹੈ। ਅਸੀਂ ਤਾਂ ਕਿੰਨੀ ਵਾਰ ਕਿਹਾਗਾ, ਅਸੀਂ ਕੋਈ ਡਿਨਾਈ ਥੋੜੀ ਕੀਤਾਗਾ। ਅਸੀਂ ਤਾਂ ਉਹਨਾਂ ਨੂੰ ਕਈ ਵਾਰ, ਤੁਸੀਂ ਇੱਥੇ ਪ੍ਰੈਸ ਕਾਨਫਰੰਸ ਦੀ ਗੱਲ ਕਰ ਰਹੇ ਹੋ, ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਕਿਹਾਗਾ, ਰਜ਼ੀਆ ਸੁਲਤਾਨਾ ਜੀ ਨੂੰ ਕਿਹਾਗਾ, ਅਰੁਣਾ ਚੌਧਰੀ ਜੀ ਨੂੰ ਕਿਹਾਗਾ। ਕੋਈ ਜਾਣ ਨੂੰ ਤਿਆਰ ਨਹੀਂ ਹੁੰਦਾ, ਸਿਰਫ ਮੀਡੀਆ ਦੀ ਹਾਈਟ ਲੈਣ ਦੇ ਲਈ ਚਿੱਠੀਆਂ ਲਿਖ ਦਿੰਦੇ ਨੇਗੇ। ਜਦੋਂ ਮਰਜ਼ੀ ਸਾਡੇ ਦਿੱਲੀ ਦੇ ਟਰਾਂਸਪੋਰਟ ਮਿਨਿਸਟਰ ਸਾਹਿਬਾਨ ਨਾਲ ਜਦੋਂ ਮਰਜ਼ੀ ਰਾਬਤਾ ਸਾਧ ਲੈਣ, ਜਦੋਂ ਮਰਜ਼ੀ ਪਹੁੰਚ ਜਾਣ। ਕੇਜਰੀਵਾਲ ਸਾਹਿਬ ਕੱਲ ਖੁਦ ਆ ਰਹੇ ਆ ਤਾਂ ਜੇਲ੍ਹ ਦੇ ਵਿੱਚ ਤਾਂ ਮੌਕਾ ਜਿਹੜੇ ਮਿਨਿਸਟਰ ਕੋਲੇ, ਜਿਸ ਮਿਨਿਸਟਰ ਦੇ ਕੋਲੇ ਉਹ ਚਾਰਜ ਆ, ਉਹੀ ਮਿਨਿਸਟਰ ਦਾ ਇੰਚਾਰਜ ਹੈਗਾ ਨਾ। साढ़े दिल्ली, मेरी सुनो गल, केजरीवाल साहब का कार्यक्रम हमें बनाने दो यार, हमारा काम है वो। नहीं, मेरी सुनो, मेरी गल सुनो, मैंने अपना जवाब कंप्लीट कर लें दो ना एक मिनट। मैं कहना गा दिल्ली के ट्रांसपोर्ट मंत्री साहबान नूं जाके, गहलोत जी नूं जाके क्यों नहीं राजा वड़िंग जी मिलते हैं, क्यों इत्थे बार बार चिट्ठियां लिखते हैं? कितनी बार 4.5 साल तो चिट्ठियां लिखी जा रहे हैं, हज़ारां बार दिल्ली गए होंगे। दिल्ली के साढ़े तो मिनिस्टर साहबान जिदा मर्जी जावे मिलते हैं। सो चिट्ठियां लिखण का कोई नहीं बनता, जाके साढ़े मिनिस्टर साहबान जो मर्जी फोन से राबता कर, जे नहीं उन्होंने लगता कोई मिलता तो साढ़े नाल चलण, असीं मिला सकते हैं। एक मिनट मैनूं एक गल दसो कि 17 किलोमीटर के तो माफिया कहते हैं, ਜਿਹੜੀ ਬੱਸ ਫਰੀਦਕੋਟ ਤੋਂ ਜਾਂ ਗਿੱਦੜਬਾਹੇ ਤੋਂ ਸ਼ੁਰੂ ਹੁੰਦੀ ਆ, ਉਹਨੂੰ ਰਾਜਾ ਵੜਿੰਗ ਪੰਜਾਬ 'ਚ ਤਾਂ ਫੜ ਨਹੀਂ ਸਕਦਾਗਾ। ਇੱਥੇ ਤਾਂ ਉਸ ਬੱਸ ਨੂੰ ਫੜਦਾ ਨਹੀਂ ਹੈਗਾ। ਜਿਹੜੀ ਪੰਜਾਬ 450 ਕਿਲੋਮੀਟਰ ਚੱਲਦੀ ਆ, ਉਹਨੂੰ ਤਾਂ ਫੜਨ ਤੋਂ ਕਹਿੰਦੇ ਅਸੀਂ ਨਹੀਂ ਫੜਨਾ। ਕਹਿੰਦੇ ਅਰਵਿੰਦ ਕੇਜਰੀਵਾਲ ਨੂੰ ਕਹਿੰਦੇ ਅਸੀਂ ਮਿਲਣਾ ਚਾਹੁੰਦੇ ਆ। ਇਹ ਬਿਲਕੁਲ ਝੂਠ ਬੋਲਿਆ ਜਾ ਰਿਹਾ। 450 ਕਿਲੋਮੀਟਰ ਦਾ ਮਾਫੀਆ ਪੰਜਾਬ 'ਚ ਰਾਜਾ ਵੜਿੰਗ ਜੀ, ਅਰੁਣਾ ਚੌਧਰੀ ਜੀ, ਰਜ਼ੀਆ ਸੁਲਤਾਨਾ ਜੀ ਕਾਂਗਰਸ ਪਾਰਟੀ ਚਲਾਉਂਦੀ ਰਹੀ ਆ। ਅਸੀਂ ਉਹਨਾਂ ਚੈਲੰਜ ਕਬੂਲ ਕਰਦੇ ਕਿ ਜਦੋਂ ਮਰਜ਼ੀ ਆਉਣ, ਅਸੀਂ सामने ਤੁਹਾਡੇ ਸਾਹਮਣੇ ਗੱਲ ਕਰਨ ਨੂੰ ਤਿਆਰ ਹੈਗਾ। और कोई सवाल इसके अलावा? और कोई सवाल? चिट्ठी लिखवाओगे कि ਇਹਨਾਂ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਜਾਵੇ। ਕੋਈ ਵੀ ਮੇਨ ਇਵੈਂਟ ਹੁੰਦਾ ਸਾਡੇ ਪ੍ਰਧਾਨ ਜੀ ਕਿਸੇ ਥਾਂ ਤੇ ਨਹੀਂ, ਕਾਰਨ क्यों नाराज? आज से कुछ हफ्ते पहले लुधियाना में मेन इवेंट था, भगवंत मान साहब मौजूद थे। आज कल केजरीवाल साहब आ रहे हैं, हमारे प्रधान साहब। हम पंजाब सूबे में जो भी एक्टिविटी होती है हमारे प्रधान भगवंत मान साहब की अगुवाई में होती है, उनकी लीडरशिप में होती है। हम सबके लीडर हैं। सर नजर नहीं है, वहां जाते हैं तो उसकी अगुवाई राघव चड्ढा जी करते हैं, यहाँ पे प्रदर्शन होता है तो जरनैल सिंह जी करते हैं। वही कह रहा हूँ मेरे वीर, पंजाब की या हमारी आम आदमी पार्टी को हमें चलाने दो। आप सब पूरा मौजूद है, पूरे एक्टिव हैं। और कोई सवाल? सवाल ये है कि आप बोल रहे हमें चलाने दो, क्या पंजाब में ऐसा कोई लीडर नहीं जो पंजाब का ही तो कह रहा हूँ, आम आदमी पार्टी। मेरी गल सुनो, लीडर ऑफ अपोजिशन, मेरी सुनो एक मिनट, लीडर ऑफ अपोजिशन लखीमपुर जाता है, ठीक है ना, वो पंजाब का नहीं है। बलतार सिंह संधवा जी पंजाब के नहीं है, बलजिंदर कौर जी पंजाब के नहीं है, अमरजीत सिंह संधवा पंजाब के नहीं है। ਐਵੇਂ ਖਾਮ ਖਾ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਸਮੁੱਚੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਹਰੇਕ ਐਜੀਟੇਸ਼ਨ ਨੂੰ, ਹਰੇਕ ਇਵੈਂਟ ਨੂੰ ਆਪ ਕਰਦੀ ਹੈ। पंजाब का एक आदमी, पंजाब का बच्चा अरविंद केजरीवाल साहब से बेशुमार मोहब्बत करता है। अरविंद केजरीवाल जी के मॉडल ऑफ गवर्नेंस से मोहब्बत करता है, प्यार करता है। ये अरविंद केजरीवाल जी की पार्टी है, आम आदमी पार्टी है। पंजाब के लोगों को अरविंद केजरीवाल पे विश्वास है। थैंक यू। एक सवाल ले लो, ਅੱਜ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ 2-3 ਐਲਾਨ ਕੀਤੇ। ਉਹਨਾਂ ਦੇ ਵਿੱਚ ਇੱਕ ਅਹਿਮ ਐਲਾਨ ਇਹ ਵੀ ਹੈ ਵੀ ਜਿਹੜੇ ਲਾਲ ਲਕੀਰ ਦੇ ਅੰਦਰ ਲੋਕ ਰਹਿ ਰਹੇ ਸੀ ਪੰਜਾਬ ਦੇ ਵਿੱਚ, ਭਾਵੇਂ ਉਹ ਪਿੰਡਾਂ ਚੋਂ ਭਾਵੇਂ ਸ਼ਹਿਰਾਂ ਚੋਂ, ਉਹਨਾਂ ਨੂੰ ਮਾਲਕਾਨਾ ਹੱਕ ਦਿੱਤਾ ਜਾਊਗਾ। ਆਮ ਆਦਮੀ ਪਾਰਟੀ ਕੀ ਸਟੈਂਡ ਹੈ? ਦੇਖੋ, ਬੜੇ ਲੰਬੇ ਅਰਸੇ ਦੇ ਕਮਿਸ਼ਨ ਜਿਹੜਾ ਸੀ ਪੰਜਾਬ ਸਰਕਾਰ ਨੇ ਬਣਾਇਆ ਸੀ, ਉਸ ਕਮਿਸ਼ਨ ਦੀ ਰਿਪੋਰਟ ਹਜੇ ਤੱਕ ਨਾ ਤਾਂ ਪੰਜਾਬ ਦੀ ਵਿਧਾਨ ਸਭਾ ਸੌਂਪੀ ਆ, ਨਾ ਸਰਕਾਰ ਕੋਲ ਸੌਂਪੀ ਆ। ਇਹ ਪਤਾ ਨਹੀਂ ਕਿਹੜੇ ਰੂਲ ਦੇ ਆਧਾਰ ਤੇ ਕਹਿ ਰਹੇ ਨੇ ਕਿ ਅਸੀਂ ਬਣਾਇਆ। ਜਿਹੜਾ ਕਮਿਸ਼ਨ ਬਣਿਆ, ਇਹਦਾ ਮਤਲਬ ਕਮਿਸ਼ਨ ਜਿਹੜਾ ਸੀਗਾ ਉਹ ਕਿਸ ਕੰਮ ਲਈ ਬਣਿਆ ਸੀ? ਇਸ ਯੋਜਨਾ ਨੂੰ ਲਾਗੂ ਕਰਨ ਦੀ ਕਮਿਸ਼ਨ ਬਣਿਆ ਸੀ। ਉਸ ਕਮਿਸ਼ਨ ਦੀ ਰਿਪੋਰਟ ਹਜੇ ਤੱਕ ਨਾ ਵਿਧਾਨ ਸਭਾ ਦੀ ਟੇਬਲ ਹੋਈ ਆ, ਨਾ ਸਰਕਾਰ ਕੋਲੇ ਆਈ ਜਾਗੀ। ਸੋ ਮੈਂ ਸਮਝਦਾ ਇੱਕ ਅਨਾਉਂਸਮੈਂਟ ਆ, ਇਹਦਾ ਲੋਕਾਂ ਨੂੰ ਕੋਈ ਲਾਭ ਨਹੀਂ ਮਿਲਣਾ। ਸਿਰਫ ਜਿਸ ਤਰ੍ਹਾਂ ਇਲੈਕਸ਼ਨ ਤੋਂ ਪਹਿਲਾਂ ਸਰਕਾਰਾਂ ਅਨਾਉਂਸਮੈਂਟ ਕਰਦੀਆਂ ਹੁੰਦੀਆਂ ਨੇਗੀਆਂ, 2-2.5 ਮਹੀਨਿਆਂ ਦੇ ਵਿੱਚ ਉਹ ਪ੍ਰੋਸੈਸ ਜਿਹੜਾ ਕਿ ਮੈਂ ਸਮਝਦਾ ਪੰਜਾਬ ਦੇ ਲੱਖਾਂ ਲੋਕਾਂ ਨੂੰ ਤੱਕ ਜਾਣਾ, ਉਹ ਪੂਰਾ ਨਹੀਂ ਹੋ ਸਕਦਾ। ਇੱਕ ਜਿਹੜੇ ਚੰਨੀ ਸਾਹਿਬ ਨੇਗੇ ਕਾਂਗਰਸ ਪਾਰਟੀ ਦੇ ਨਵੇਂ ਮੁੱਖ ਮੰਤਰੀ, ਇਹ ਸਿਰਫ ਨੀਂਹ ਪੱਥਰ ਰੱਖਣ ਵਾਲੇ, ਅਨਾਉਂਸਮੈਂਟਾਂ ਕਰਨ ਵਾਲੇ ਹੋਣਗੇ, ਗਰਾਊਂਡ ਤੇ ਕੁਝ ਵੀ ਨਹੀਂ ਹੋਣਾ। ਥੈਂਕ ਯੂ। ਸ਼ਿਲੌਂਗ ਦੇ ਵਿੱਚ ਜਿਹੜਾ ਸਿੱਖਾਂ ਦੇ ਨਾਲ ਹੋ ਰਿਹਾ, ਉਸ ਤੋਂ ਲੈ ਕੇ
ਕੀ ਸਟੈਂਡ ਹੈ ਆਮ ਆਦਮੀ ਪਾਰਟੀ ਦਾ? ਕੀ ਤੁਹਾਡਾ ਕੋਈ ਡੈਲੀਗੇਸ਼ਨ ਜਾਏਗਾ ਉੱਥੇ? ਦੇਖੋ, ਅਸੀਂ ਸਭ ਤੋਂ ਪਹਿਲਾਂ ਉਸ ਘਟਨਾ ਦੀ ਨਿਖੇਧੀ ਕਰਦੇ ਹਾਂ। ਅਸੀਂ ਪਹਿਲਾਂ ਵੀ ਇਹਦਾ ਕੰਡੈਮ ਕੀਤਾ ਸੀ, ਅੱਜ ਵੀ ਕਰ ਰਹੇ ਹਾਂਗੇ। ਬਿਲਕੁਲ ਸਾਡਾ ਇੱਕ ਡੈਲੀਗੇਸ਼ਨ ਜਿਹੜਾ ਹੈਗਾ ਬੜੀ ਜਲਦੀ ਉਹਦੀ ਅਸੀਂ ਤਿਆਰੀ ਕਰ ਰਹੇ ਹਾਂ, ਜਾ ਕੇ ਆਊਗਾ, ਤਾਂ ਕਿ ਅਸੀਂ ਉਹ ਜਿਹੜੀ ਮੰਗ ਆ ਸਾਡੇ ਭਰਾਵਾਂ ਦੀ ਪੂਰੀ ਹੋ ਸਕੇ। ਲੰਬੇ ਅਰਸੇ ਤੋਂ ਉਹਨਾਂ ਨੇ ਉੱਥੇ ਆਪਣਾ ਕੰਮਕਾਰ ਕਰਕੇ ਆਪਣਾ ਘਰ ਬਣਾਏ ਨੇ, ਕਿ ਆਪਣਾ ਰਹਿਣ ਸਹਿਣ ਕੀਤਾਗਾ। ਸੋ ਉਹਨਾਂ ਨੂੰ ਧੱਕੇ ਨਾਲ ਨਹੀਂ ਕੱਢਿਆ ਜਾਣਾ ਚਾਹੀਦਾ। ਕਾਨੂੰਨ ਦੇਸ਼ ਦੇ ਹਰ ਇੱਕ ਨਾਗਰਿਕ ਲਈ ਬਰਾਬਰ ਹੈਗਾ। ਸੋ ਮੈਂ ਸਮਝਦਾ ਸਾਡਾ ਉੱਥੇ ਵਕਤ ਜਾਊ। ਥੈਂਕ ਯੂ। ਇਹ ਹਨ ਅੱਜ ਦੀਆਂ ਮੁੱਖ ਖਬਰਾਂ। ਮੈਨੂੰ ਮਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਹੋਰ ਵਧੇਰੇ ਖਬਰਾਂ ਲਈ ਜੁੜੇ ਰਹੋ ਇੰਡੀਆ ਪਲੱਸ ਲਾਈਵ ਨਾਲ।